ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA ਟੀਵੀ। ਮੈਂ ਹਾਂ ਸੰਜੀਵ ਯਸ਼ ਖੰਨਾ। ਹਾਲੀਵੁੱਡ ਸਟਾਰ ਲਿਓਨਾਰਡੋ ਡੀਕੈਪਰੀਓ ਉਹਨਾਂ ਨੇ ਸਪੋਰਟ ਕੀਤਾ ਹੈ ਕਮਲਾ ਹੈਰਿਸ ਨੂੰ ਕਿ ਬੜੀਆਂ ਵਧੀਆਂ ਨੇ ਉਹਨਾਂ ਦੀਆਂ ਨੀਤੀਆਂ ਕਲਾਈਮੇਟ ਚੇਂਜ ਨੂੰ ਲੈ ਕੇ, ਪਰਿਆਵਰਣ ਨੂੰ ਲੈ ਕੇ ਜਿੱਦਾਂ ਸਾਂਭ ਸੰਭਾਲ ਕਰਨਾ ਚਾਹੁੰਦੇ ਨੇ, ਕਿਉਂਕਿ ਜਦੋਂ ਤੱਕ ਪਰਿਆਵਰਣ ਬਚਿਆ ਰਹੇਗਾ ਉਦੋਂ ਤੱਕ ਅਸੀਂ ਸਾਰੇ ਬਚੇ ਰਵਾਂਗੇ। ਯੂਨਾਈਟਿਡ ਨੇਸ਼ਨਸ ਵੱਲੋਂ ਵੀ ਲਿਓਨਾਰਡੋ ਡੀਕੈਪਰੀਓ ਥਾਂ ਦੇ ਉੱਤੇ ਜਾ ਕੇ ਵਾਤਾਵਰਣ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਦੇ ਨੇ। ਇਹ ਉਹਨਾਂ ਦੀ ਜੌਬ ਦਾ ਹਿੱਸਾ ਹੈ। ਬ੍ਰਾਂਡ ਅੰਬੈਸਡਰ ਨੇ ਇਸ ਵਿਸ਼ੇ ਦੇ ਉੱਤੇ ਉਹ ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ ਦੇ, ਤਾਂ ਉਹਨਾਂ ਨੇ ਆਪਣੇ ਟਵਿੱਟਰ ਹੈਂਡਲ ਦੇ ਉੱਤੇ ਆਪਣੇ ਵਿਚਾਰ ਦਿੱਤੇ ਨੇ ਕਿ ਮੈਂ ਕਮਲਾ ਹੈਰਿਸ ਨੂੰ ਸਪੋਰਟ ਕਰਦਾ ਤੇ ਮੈਂ ਉਹਨਾਂ ਨੂੰ ਵੋਟ ਪਾਵਾਂਗਾ ਓਪਨਲੀ। ਸੋ ਸੈਲੀਬ੍ਰਿਟੀਜ਼ ਆ ਰਹੇ ਨੇ ਥਾਂ ਤੋਂ, ਜੋ ਸਾਰੇ ਫਰੈਂਡਸ ਨੇ ਡੋਨਲਡ ਟਰੰਪ ਦੇ ਵੀ, ਕਮਲਾ ਹੈਰਿਸ ਦੇ ਵੀ, ਔਰ ਉਹਨਾਂ ਨੂੰ ਸਪੋਰਟ ਕਰਦੇ ਨੇ। ਚਾਹੇ ਉਹ ਪੋਲੀਟੀਕਲ ਫੀਲਡ ਦੇ ਸੈਲੀਬ੍ਰਿਟੀਜ਼ ਨੇ, ਚਾਹੇ ਉਹ ਸਿਨੇਮਾ ਦੇ ਸੈਲੀਬ੍ਰਿਟੀਜ਼ ਨੇ, ਚਾਹੇ ਉਹ ਸਪੋਰਟਸ ਵਰਲਡ ਦੇ ਸੈਲੀਬ੍ਰਿਟੀਜ਼ ਨੇ। ਸੋ ਇੱਕ ਤਰ੍ਹਾਂ ਨਾਲ ਇਹ ਵੀ ਭੀੜ ਨੂੰ ਖਿੱਚਣ ਦਾ ਕੰਮ ਕਰਦੇ ਨੇ। ਸੋ ਇਹ ਬਹੁਤ ਵਧੀਆ ਗੱਲ ਆ ਕਿ ਇਸ ਲੈਵਲ ਦੇ ਉੱਤੇ ਵੀ ਐਪਰੀਸੀਏਸ਼ਨ ਹੋ ਰਹੀ ਹੈ, ਤਾਰੀਫ ਹੋ ਰਹੀ ਹੈ ਕਮਲਾ ਹੈਰਿਸ ਦੀਆਂ ਨੀਤੀਆਂ ਦੀ। ਜਿੱਥੇ ਪੋਲੀਟਿਕਸ ਦੀ ਗੱਲ ਹੁੰਦੀ ਹੈ, ਜਿੱਥੇ ਇਕੋਨਮੀ ਦੀ ਗੱਲ ਹੁੰਦੀ ਹੈ, ਉੱਥੇ ਪਰਿਆਵਰਣ ਦੀ ਵੀ ਗੱਲ ਹੁੰਦੀ ਆ। ਔਰ ਸ਼ੁਰੂ ਦੇ ਵਿੱਚ ਜਦੋਂ ਕੈਂਪੇਨਸ ਸ਼ੁਰੂ ਹੋਈਆਂ ਉਦੋਂ ਪਰਿਆਵਰਣ ਦੀ ਗੱਲ ਨਹੀਂ ਹੁੰਦੀ ਸੀ, ਕਲਾਈਮੇਟ ਚੇਂਜ ਦੀ ਗੱਲ ਨਹੀਂ ਹੁੰਦੀ ਸੀ, ਪਰ ਹੁਣ ਗੱਜ ਵੱਜ ਕੇ ਹੋ ਰਹੀ ਆ। ਔਰ ਜਦੋਂ ਦਾ ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ ਦਾ ਸਾਲਾਨਾ ਸਬਮਿਟ ਹੋਇਆ ਹੈ ਨਿਊਯਾਰਕ ਦੇ ਵਿੱਚ ਪਿਛਲੇ ਮਹੀਨੇ, ਉਸ ਤੋਂ ਬਾਅਦ ਸੈਪਟੰਬਰ ਤੋਂ ਬਾਅਦ ਇਸ ਵਿਸ਼ੇ ਦੇ ਉੱਤੇ ਖਾਸ ਗੱਲਬਾਤ ਹੋਣ ਲੱਗ ਪਈ ਹੈ। ਯੈਸ, ਨਾਓ ਇੰਡੀਆ ਇੰਟਰਨੈਸ਼ਨਲ, ਕੁਝ ਉਹ ਮੁੱਦੇ ਜੋ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਦੇ ਪਏ ਨੇ। ਪੂਰੀ ਦੁਨੀਆ ਦੇ ਵਿੱਚ ਸਪੋਰਟ ਹੋ ਰਹੀ ਹੈ, ਪੂਰੀ ਦੁਨੀਆ ਇਸ ਗੱਲ ਦੇ ਉੱਤੇ ਨਿਗਾਹ ਲਗਾ ਕੇ ਬੈਠੀ ਹੈ ਕਿ ਨਵੰਬਰ 5 ਨੂੰ ਕੀ ਹੋਣਾ ਹੈ, ਕੀ ਨਤੀਜੇ ਆਉਣਗੇ। ਔਰ ਘਟਨਾਵਾਂ ਹੋਈ ਨੇ, ਗੱਲਬਾਤ ਹੋਈ ਹੈ ਜੋ ਚੱਲਦੀ ਪਈ ਹੈ, ਉਹਦੇ ਵਿੱਚ ਕੁਝ ਟਵਿਸਟ ਐਂਡ ਟਰਨਸ ਨੇ। ਸੋ ਟਵਿਸਟ ਐਂਡ ਟਰਨਸ ਇਹ ਨੇ ਕਿ ਕਿਤੇ ਨਾ ਕਿਤੇ ਇਹ ਗੱਲਾਂ ਸਾਹਮਣੇ ਆਉਂਦੀਆਂ ਨੇ। ਹੈਰਿਸ, ਡੈਮੋਕ੍ਰੇਟਸ, ਉਹਨਾਂ ਦੇ ਉੱਤੇ ਇਹ ਇਲਜ਼ਾਮ ਲੱਗਦਾ ਜੋ ਡੋਨਲਡ ਟਰੰਪ ਦੇ ਫੈਨਸ ਨੇ ਉਹਨਾਂ ਵੱਲੋਂ ਕਿ ਡਿਪਾਰਟਮੈਂਟ ਆਫ ਜਸਟਿਸ ਔਰ ਤਮਾਮ ਤਰ੍ਹਾਂ ਦੇ ਇੰਸਟੀਟਿਊਸ਼ਨਸ ਔਰ ਹੋਰ ਵੀ ਜੋ ਸਾਰੀਆਂ ਧਿਰਾਂ ਨੇ ਉਹਨਾਂ ਨੂੰ ਵੈਪਨਾਈਜ਼ ਕੀਤਾ ਗਿਆ, ਉਹਨਾਂ ਨੂੰ ਪਾਵਰ ਦਿੱਤੀ ਗਈ ਹੈ, ਹਥਿਆਰਬੰਦ ਕੀਤਾ ਗਿਆ ਹੈ ਡੈਮੋਕ੍ਰੇਟਸ ਵੱਲੋਂ, ਕਮਲਾ ਹੈਰਿਸ ਵੱਲੋਂ। ਔਰ ਉਹ ਸਾਰੇ ਵੱਖ-ਵੱਖ ਐਂਗਲਸ ਤੋਂ ਡੋਨਲਡ ਟਰੰਪ ਦੇ ਉੱਤੇ ਇੱਕ ਹਮਲਾ ਬੋਲਦੇ ਨੇ ਤਾਂ ਕਿ ਉਹਨਾਂ ਦੀ ਕੈਰੀਅਰ ਔਰ ਉਹਨਾਂ ਦੀ ਇਮੇਜ ਉਸ ਨੂੰ ਸੱਟ ਪਹੁੰਚਾਈ ਜਾ ਸਕੇ, ਉਹਨਾਂ ਦੀ ਇਮੇਜ ਡਾਊਨ ਕੀਤੀ ਜਾ ਸਕੇ ਤਾਂ ਕਿ ਉਹ ਇਲੈਕਸ਼ਨਸ ਹਾਰ ਜਾਣ। ਔਰ ਇਹ ਇਲਜ਼ਾਮ ਡਾਇਰੈਕਟਲੀ ਲਗਾਇਆ ਜਾਂਦਾ ਹੈ। ਹਾਲਾਂਕਿ 2 ਵਾਰ ਡੋਨਲਡ ਟਰੰਪ ਦੀ ਲਾਈਫ ਦੇ ਉੱਤੇ ਅਟੈਂਪਟ ਵੀ ਹੋਏ ਨੇ, ਪਰ ਵਾਲ ਬਚ ਗਏ। ਥੈਂਕ ਗੋਡ ਕਿ ਉਹਨਾਂ ਨੂੰ ਕੁਝ ਨਹੀਂ ਹੋਇਆ ਔਰ ਸਟਿਲ ਉਹ ਆਪਣਾ ਪ੍ਰੈਜ਼ੀਡੈਂਟ ਦੀ ਰੇਸ ਵਾਸਤੇ ਲੱਗੇ ਹੋਏ ਨੇ। ਨਾਲ ਉਹਨਾਂ ਦੇ ਸਪੋਰਟਰਸ ਇਹ ਇਲਜ਼ਾਮ ਵੀ ਲਗਾਉਂਦੇ ਨੇ ਔਰ ਨਾਲ ਇਹ ਵੀ ਕਹਿੰਦੇ ਨੇ ਕਿ ਜੇ ਬਣ ਜਾਂਦੇ ਨੇ ਡੋਨਲਡ ਟਰੰਪ ਪ੍ਰੈਜ਼ੀਡੈਂਟ ਆਫ ਅਮਰੀਕਾ ਸੈਕਿੰਡ ਟਾਈਮ, ਤਾਂ ਬਣਦੇ ਸਾਰ ਹੀ ਉਹ ਆਪਣੀਆਂ ਪਾਵਰਸ ਦਾ ਇਸਤੇਮਾਲ ਕਰਨਗੇ। ਔਰ ਜਿਹੜਾ ਡੈਮੋਕ੍ਰੇਟਸ ਨੇ ਵੈਪਨਾਈਜ਼ ਕੀਤਾ ਹੈ, ਵੱਖ-ਵੱਖ ਇੰਸਟੀਟਿਊਸ਼ਨਸ ਨੂੰ ਹਥਿਆਰਬੰਦ ਕੀਤਾ ਹੈ ਡੋਨਲਡ ਟਰੰਪ ਦੀ ਕਾਰਗੁਜ਼ਾਰੀ ਦੇ ਖਿਲਾਫ, ਉਹਨਾਂ ਸਭ ਨੂੰ ਸੂਤ ਕਰ ਦੇਣਾ। ਬਣਦੇ ਸਾਰ ਹੀ ਇਨੈਗੋਰੇਸ਼ਨ ਡੇ ਦੇ ਉੱਤੇ ਹੀ ਸੂਤ ਕਰ ਦੇਣਾ। ਤਿਆਰ ਹੋ ਜਾਓ, ਲਓ ਜੀ, ਕਬਰ ਕੱਸੇ ਕੱਸ ਲਓ। ਮਤਲਬ ਚੇਤਾਵਨੀ ਮਿਲ ਗਈ ਹੈ। ਥ੍ਰੈਟਸ, ਧਮਕੀਆਂ, ਇਹ ਤਮਾਮ ਉਹਨਾਂ ਦੀ ਕੈਂਪੇਨ ਦਾ ਹਿੱਸਾ ਰਿਹਾ ਔਰ ਉਹਨਾਂ ਨੇ ਹਮੇਸ਼ਾ ਇਸ ਗੱਲ ਨੂੰ ਉਜਾਗਰ ਕੀਤਾ ਹੈ ਕਿ ਮੇਰੀ ਸੈਕਿੰਡ ਟਰਮ ਆਉਣ ਦਿਓ, ਮੇਰੇ ਕੋਲ ਇੱਕ ਲਿਸਟ ਹੈਗੀ ਆ। ਔਰ ਖੈਰ ਨਹੀਂ, ਜਿਹਨਾਂ ਦਾ ਨਾਂ ਉਸ ਲਿਸਟ ਦੇ ਵਿੱਚ ਸ਼ਾਮਿਲ ਹੈ। ਸੋ ਇਹ ਹੈ ਡੋਨਲਡ ਟਰੰਪ ਦੀ ਐਡਮਿਨਿਸਟ੍ਰੇਸ਼ਨ ਦਾ ਸ਼ੁਰੂਆਤ ਉਹਨਾਂ ਦੇ ਸਪੋਰਟਰਸ ਵੱਲੋਂ। ਹੁਣ ਡੋਨਲਡ ਟਰੰਪ ਇਹਦੇ ਉੱਤੇ ਕੀ ਕਹਿੰਦੇ ਨੇ ਅਜੇ ਤੱਕ ਇਹ ਗੱਲ ਕਲੀਅਰ ਨਹੀਂ ਹੋਈ, ਇਹਦੇ ਕੋਈ ਕਲੈਰਿਟੀ ਨਹੀਂ ਆਈ, ਪਰ ਉਹ ਜਿਹੜੀਆਂ ਗੱਲਾਂ ਕਰਦੇ ਨੇ ਉਹ ਸਾਰੀਆਂ ਆਪਣੇ ਸਾਹਮਣੇ ਨੇ। ਆਪਾਂ ਰੋਜ਼ ਉਹਨਾਂ ਬਾਰੇ ਗੱਲਬਾਤ ਕਰਦੇ ਹਾਂ। ਇਹਦੇ ਵਿੱਚ ਇੱਕ ਖਾਸ ਗੱਲ ਆਉਂਦੀ ਹੈ ਕਿ ਉਹਨਾਂ ਦੀ ਆਪਣੀ ਐਡਮਿਨਿਸਟ੍ਰੇਸ਼ਨ। ਹੁਣ ਇਹ ਕਿਹੜੀ ਐਡਮਿਨਿਸਟ੍ਰੇਸ਼ਨ ਹੈ? ਜਿਹੜੀ ਡੋਨਲਡ ਟਰੰਪ ਦੀ ਆਪਣੀ ਐਡਮਿਨਿਸਟ੍ਰੇਸ਼ਨ ਹੈ, ਉਹਨਾਂ ਦੀ ਜਿਹੜੀ ਪੋਲੀਟੀਕਲ ਪਲੇ ਬੁੱਕ ਹੈ ਉਹਦੇ ਮੁਤਾਬਿਕ, ਇੱਕ ਤਾਂ ਕੌਂਸਟੀਟਿਊਸ਼ਨ ਆਫ ਅਮਰੀਕਾ ਦੇ ਮੁਤਾਬਿਕ ਐਡਮਿਨਿਸਟ੍ਰੇਸ਼ਨ ਸਾਰੀ ਚੱਲਦੀ ਹੈ ਯੂਨਾਈਟਿਡ ਸਟੇਟਸ ਦੇ ਵਿੱਚ। ਤਾਂ ਇਹ ਕਿਹੜੀ ਐਡਮਿਨਿਸਟ੍ਰੇਸ਼ਨ ਹੋਏਗੀ? ਇਹਦੇ ਵਿੱਚ ਸਿਕਿਉਰਿਟੀ ਦੇ ਵਾਸਤੇ ਕਿਹਾ ਜਾਂਦਾ ਹੈ ਕਿ ਪ੍ਰਾਈਵੇਟ ਫਰਮਸ ਨੂੰ ਤਾਕਤ ਦੇਣਗੇ, ਆਪਣੇ ਜਿਹੜੇ ਬੰਦੇ ਇਹਨਾਂ ਦੇ ਲਾਇਲ ਨੇ, ਇਹਨਾਂ ਦੇ ਚਮਚੇ ਨੇ ਜਾਂ ਇਹਨਾਂ ਨੂੰ ਸਪੋਰਟ ਕਰਦੇ ਨੇ, ਇਹਨਾਂ ਦੇ ਵਫਾਦਾਰ ਨੇ,
ਉਹਨਾਂ ਨੂੰ ਵੱਡੀਆਂ ਵੱਡੀਆਂ ਪੋਜੀਸ਼ਨਸ ਦਿੱਤੀਆਂ ਜਾਣਗੀਆਂ। ਔਰ ਜਿਹੜਾ ਕੰਮ FBI ਕਰਦੀ ਹੈ ਸਿਕਿਉਰਿਟੀ ਦਾ, ਜਿਹੜਾ ਕੰਮ FBI ਕਰਦੀ ਹੈ ਸਾਰੀ ਇਨਵੈਸਟੀਗੇਸ਼ਨ ਦਾ, ਉਹਦੇ ਵਿੱਚ ਇਹਨਾਂ ਪ੍ਰਾਈਵੇਟ ਫਰਮਸ ਦੀ ਦਖਲਅੰਦਾਜ਼ੀ ਹੋਏਗੀ, ਕਿਉਂਕਿ ਇਹਨਾਂ ਨੂੰ ਬੈਕਅਪ ਮਿਲੇਗਾ ਡੋਨਲਡ ਟਰੰਪ ਤੋਂ। ਔਰ ਕਮਲਾ ਹੈਰਿਸ ਇਸ ਗੱਲ ਨੂੰ ਬਾਰ-ਬਾਰ ਉਜਾਗਰ ਕਰਦੇ ਵੀ ਪਏ ਨੇ ਕਿ ਇਹਨਾਂ ਨੂੰ ਫੋਰਸਿਸ ਉਹ ਚਾਹੀਦੀਆਂ ਨੇ ਜਿਹੜੀਆਂ ਇਹਨਾਂ ਦੇ ਮੁਤਾਬਿਕ ਕੰਮ ਕਰਨ, ਕਨਸਟੀਟਿਊਸ਼ਨ ਆਫ ਅਮਰੀਕਾ ਦੇ ਮੁਤਾਬਿਕ ਬੇਸ਼ੱਕ ਉਹ ਕੰਮ ਨਾ ਕਰਨ। ਇਹ ਇਲਜ਼ਾਮ ਵੀ ਹੋ ਸਕਦੇ ਨੇ ਔਰ ਇਹਨਾਂ ਦੇ ਵਿੱਚ ਕੋਈ ਨਾ ਕੋਈ ਸੱਚਾਈ ਵੀ ਹੋ ਸਕਦੀ ਹੈ, ਕਿਉਂਕਿ ਸਿਆਣੇ ਕਹਿੰਦੇ ਨੇ ਕਿ ਧੂੰਆਂ ਉੱਥੇ ਉੱਠਦਾ ਹੈ ਜਿੱਥੇ ਅੱਗ ਧੁਖਦੀ ਹੋਵੇ, ਤਾਂ ਦੂਜੇ ਪਾਸੇ ਕਹਿੰਦੇ ਨੇ ਜ਼ਰੂਰੀ ਨਹੀਂ ਅੱਗ ਧੁਖਦੀ ਹੋਵੇ, ਧੂੰਆਂ ਹੀ ਧੁਖਦਾ ਹੋਵੇ ਉਹਦੇ ਉੱਤੇ ਘੜਾ ਮੁੱਦਾ ਮਾਰ ਦਿਓ, ਘੜੇ 'ਚ ਧੂੰਆਂ ਭਰ ਲਓ ਤੇ ਆ ਕੇ ਬਾਹਰ ਘੜੇ ਦੀ ਚੱਪਣੀ ਖੋਲ੍ਹ ਦਿਓ, ਧੂੰਆਂ ਬਾਹਰ ਆ ਜਾਊਗਾ, ਲੱਗੂਗਾ ਭਈ ਧੂੰਆਂ ਤੇ ਆ ਗਿਆ, ਅੱਗ ਵੀ ਕਿਤੇ ਹੋਣੀ ਹੈ, ਬਿਨਾਂ ਅੱਗ ਤੋਂ ਵੀ ਧੂੰਆਂ ਹੁੰਦਾ। ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਨੇ, ਤਰ੍ਹਾਂ ਤਰ੍ਹਾਂ ਦੀਆਂ ਬਾਤਾਂ ਨੇ, ਪਰ ਅਸਲੀ ਪੈਕੇਟ ਉਦੋਂ ਖੁੱਲ੍ਹਣਾ ਹੈ ਜਦੋਂ ਨਵੰਬਰ 5 ਤੋਂ ਬਾਅਦ ਇਲੈਕਸ਼ਨਸ ਦਾ ਰਿਜ਼ਲਟ ਸਾਹਮਣੇ ਆ ਜਾਣਾ। ਹੁਣ ਉਹ ਪੈਕੇਟ ਖੁੱਲ੍ਹਣ ਦੀ ਸਾਰੇ ਜਾਣੇ ਤਿਆਰੀ ਵਿੱਚ ਨੇ। ਔਰ ਕਮਲਾ ਹੈਰਿਸ ਦੇ ਸਪੋਰਟਰਸ ਕਹਿੰਦੇ ਨੇ ਕਿ ਤਿਆਰੀ ਕੀਤੀ ਹੋਈ ਹੈ ਡੋਨਲਡ ਟਰੰਪ ਦੇ ਲੋਕਾਂ ਨੇ, ਜੋ ਉਹਨਾਂ ਦੇ ਭਾਈਵਾਲ ਨੇ, ਉਹਨਾਂ ਦੇ ਸਪੋਰਟਰਸ ਨੇ, ਕਿਉਂਕਿ ਜੇ ਡੋਨਲਡ ਟਰੰਪ ਹਾਰ ਗਏ ਤਾਂ ਉਹ ਹੈਲ ਬਣਾ ਕੇ ਰੱਖ ਦੇਣਗੇ ਪੂਰੇ ਵਾਤਾਵਰਣ ਦਾ, ਜਿੱਦਾਂ 2020 ਦੀ ਐਗਜ਼ਾਮਪਲ ਦਿੱਤੀ ਜਾਂਦੀ ਆ 6 ਜਨਵਰੀ ਦੀ। ਔਰ ਉਸੇ ਤਰਜ਼ ਦੇ ਉੱਤੇ ਇਹਨਾਂ ਦੀ ਤਿਆਰੀ ਹੈ ਕਿ ਇਲੈਕਸ਼ਨਸ ਦੇ ਨਤੀਜੇ ਨੂੰ ਪਲਟਣ ਦੀ ਤਿਆਰੀ। ਇਹ ਕਮਲਾ ਹੈਰਿਸ ਦੇ ਸਪੋਰਟਰ ਕਹਿ ਰਹੇ ਨੇ ਡੋਨਲਡ ਟਰੰਪ ਦੇ ਸਪੋਰਟਰਸ ਬਾਰੇ ਕਿ ਇੱਕ ਤਰ੍ਹਾਂ ਨਾਲ ਫਿਰ ਹਿਸਟਰੀ ਰਿਪੀਟ ਹੋ ਸਕਦੀ ਆ। ਜੋ ਬਾਈਡਨ ਇਸ ਚੀਜ਼ ਨੂੰ ਐਂਡੋਰਸ ਕਰ ਚੁੱਕੇ ਨੇ। ਉਸ ਗੱਲ ਨੂੰ ਲੈ ਕੇ ਵੀ ਇਹ ਗੱਲਾਂ ਸਾਹਮਣੇ ਆਉਂਦੀਆਂ ਨੇ ਕਿ ਜੇ ਡੋਨਲਡ ਟਰੰਪ ਨਹੀਂ ਜਿੱਤਦੇ, ਹਾਰ ਜਾਂਦੇ ਨੇ, ਤਾਂ ਫਿਰ ਕੀ ਹੋਏਗਾ। ਔਰ ਕਮਲਾ ਹੈਰਿਸ ਆਪਣੀ ਇਕਨੋਮਿਕ ਪॉलिसीज़ ਕਰਕੇ, ਆਪਣੇ ਵਿਜ਼ਨ ਕਰਕੇ, ਆਪਣੀਆਂ ਗੱਲਾਂ ਬਾਤਾਂ ਕਰਕੇ, ਆਪਣੇ ਬਿਹੇਵੀਅਰ ਕਰਕੇ, ਆਪਣੀ ਸਪੋਰਟ ਕਰਕੇ ਦੁਨੀਆ ਦੇ ਵਿੱਚ ਵੀ ਮਸ਼ਹੂਰ ਹੋ ਰਹੇ ਨੇ, ਅਮਰੀਕਾ ਦੇ ਲੋਕਾਂ ਦੇ ਵਿੱਚ ਵੀ ਮਸ਼ਹੂਰ ਹੋ ਰਹੇ ਨੇ, ਔਰ ਲੋਕਾਂ ਦੇ ਦਿਲਾਂ ਦੇ ਵਿੱਚ ਆਪਣੀ ਖਾਸ ਜਗ੍ਹਾ ਬਣਾਉਂਦੇ ਪਏ ਨੇ। ਔਰ ਇਹ ਵੀ ਨਾਲ ਦਲੀਲਾਂ ਦਿੰਦੇ ਪਏ ਨੇ ਕਿ ਮੈਂ ਜੇ ਕਹਿੰਦੀ ਹਾਂ ਕਿ ਜੌਬਸ ਕ੍ਰੀਏਟ ਕਰਨੀਆਂ ਨੇ, ਮੈਂ ਜੇ ਕਹਿੰਦੀ ਹਾਂ ਕਿ ਬਿਜ਼ਨਸ ਕ੍ਰੀਏਟ ਕਰਨਾ, ਮੈਂ ਜੇ ਕਹਿੰਦੀ ਹਾਂ ਕਿ ਜੋ ਹੋਮਲੈਸ ਨੇ ਉਹਨਾਂ ਨੂੰ ਹੋਮਸ ਦੇਣੇ ਹੈ, ਜੋ ਮੈਡੀਕਲ ਕੇਅਰ ਦੇਣੀ ਹੈ, ਐਜੂਕੇਸ਼ਨ ਸਿਸਟਮ ਹੈ, ਐਵਰੀਥਿੰਗ ਜੋ ਬੇਸਿਕ ਨੀਡਸ ਹੁੰਦੀਆਂ ਨੇ ਸਿਟੀਜ਼ਨਸ ਦੀਆਂ, ਉਹ ਮੈਂ ਸਭ ਪ੍ਰੋਵਾਈਡ ਕਰਨੀਆਂ ਨੇ। ਔਰ ਜਿਉਂ-ਜਿਉਂ ਲੋਕਾਂ ਦੇ ਵਿੱਚ ਉਹਨਾਂ ਦੀ ਏਜੰਡੇ ਨੂੰ ਲੈ ਕੇ, ਉਹਨਾਂ ਦੀ ਪਾਲਿਸੀਜ਼ ਨੂੰ ਲੈ ਕੇ ਗੱਲਬਾਤ ਹੁੰਦੀ ਆ, ਪਪੂਲਰ ਹੁੰਦੇ ਨੇ, ਆਧਾਰ ਮਿਲਦੇ ਨੇ, ਤਿਉਂ-ਤਿਉਂ ਜੋ ਡੋਨਲਡ ਟਰੰਪ ਦੇ ਸਪੋਰਟਰਸ ਨੇ ਉਹਨਾਂ ਨੂੰ ਗੁੱਸਾ ਚੜ੍ਹਦਾ, ਉਹਨਾਂ ਨੂੰ ਈਰਸ਼ਾ ਹੁੰਦੀ, ਜਲਨ ਹੁੰਦੀ ਆ, ਚਿੰਤਾ ਹੁੰਦੀ ਆ। ਸਿਆਣੇ ਕਹਿੰਦੇ ਨੇ ਚਿੰਤਾ ਚਿਤਾ ਸਮਾਨ ਹੈ ਨਾ, ਕਿਉਂਕਿ ਇੱਕ ਮਰਨ ਤੋਂ ਬਾਅਦ ਬੰਦਾ ਤੇ ਇੱਕੋ ਵਾਰੀ ਉਹਦੀ ਚਿਤਾ ਦੀ ਅੱਗ ਦੇ ਵਿੱਚ ਪੈਂਦਾ, ਪਰ ਜਿਹੜਾ ਚਿੰਤਾ ਵਾਲਾ ਹੁੰਦਾ ਉਹ ਸਾਰਾ ਦਿਨ ਹੀ ਚਿੰਤਾ ਵਿੱਚ ਪਿਆ ਰਹਿੰਦਾ। ਟੈਂਸ਼ਨ ਇਜ਼ ਅ ਗ੍ਰੇਟ ਕਿਲਰ। ਚਿੰਤਾ ਚਿਤਾ ਸਮਾਨ ਹੈ, ਇਹ ਸਿਆਣੇ ਕਹਿੰਦੇ ਨੇ। ਔਰ ਉਸੇ ਚਿੰਤਾ 'ਚ ਪੁੱਜਦੇ ਪਏ ਨੇ ਭਈ ਆ ਕੀ ਕਮਲਾ ਹੈਰਿਸ ਮਤਲਬ ਸੌਂਦੇ ਜਾਗਦੇ ਕਮਲਾ ਹੈਰਿਸ, ਡਰ ਪੈ ਗਿਆ, ਫੋਬੀਆ ਹੋ ਗਿਆ ਉਹਨਾਂ ਨੂੰ, ਇਹ ਰਿਪੋਰਟਸ ਕਹਿੰਦੀਆਂ ਨੇ। ਇਸ ਕਰਕੇ ਡਾਊਟ ਕ੍ਰੀਏਟ ਕਰਦੇ ਪਏ ਨੇ ਕਿ ਜੇ ਡੋਨਲਡ ਟਰੰਪ ਹਾਰ ਗਏ ਤਾਂ ਇਹਦੇ ਵਿੱਚ ਫਰਾਡ ਹੈ, ਇਲੈਕਸ਼ਨ ਸਿਸਟਮ ਦੇ ਵਿੱਚ ਫਰਾਡ ਹੈ, ਜਾਲੀ ਵੋਟਿੰਗ, ਅਨਰਜਿਸਟਰਡ ਲੋਕਾਂ ਨੂੰ ਵੋਟਿੰਗ ਪਾਉਣ ਵਾਸਤੇ ਕੋਈ ਨਾ ਕੋਈ ਚਲਾਕੀ ਲੱਭੀ ਗਈ। ਡੋਨਲਡ ਟਰੰਪ ਹਾਰੇ ਨੇ, ਉਹਨਾਂ ਨੂੰ ਹਰਾਇਆ ਗਿਆ। ਔਰ ਡੋਨਲਡ ਟਰੰਪ ਕਹਿੰਦੇ ਨੇ ਇਹਦੇ ਵਿੱਚ ਜਿਊਜ਼ ਦਾ ਹੱਥ ਹੋ ਸਕਦਾ, ਤਮਾਮ ਤਰ੍ਹਾਂ ਦੀਆਂ ਗੱਲਾਂ। ਔਰ ਐਸੇ ਗੁੱਸੇ ਵਿੱਚੋਂ ਕਿਤੇ ਨਾ ਕਿਤੇ ਇਮੀਗ੍ਰੈਂਟਸ ਦੇ ਖਿਲਾਫ, ਅਨਰਜਿਸਟਰਡ ਵੋਟਰਸ ਦੇ ਖਿਲਾਫ, ਅਮਰੀਕਾ ਨੂੰ ਕੂੜਾਦਾਨ ਤੱਕ ਕਹਿ ਦਿੱਤਾ ਪ੍ਰਵਾਸੀਆਂ ਕਰਕੇ। ਇਹ ਕੀ ਹੈ? ਇਹ ਫਰਸਟ੍ਰੇਸ਼ਨ। ਜਦੋਂ ਸੌਂਦੇ ਜਾਗਦੇ ਉੱਠਦੇ ਬੈਠਦੇ ਤੁਸੀਂ ਕਮਲਾ ਹੈਰਿਸ ਦੀ ਨਖੇਦੀ ਕਰਨੀ ਹੈ, ਇਨਸਲਟ ਕਰਨੀ ਹੈ, ਉਹਨਾਂ ਦੇ ਉੱਤੇ ਭੈੜੇ ਭੈੜੇ ਰਿਮਾਰਕਸ ਕਰਨੇ ਨੇ, ਤੁਹਾਨੂੰ ਕੋਈ ਗੱਲ ਹੋਰ ਸੁਝਦੀ ਹੋਈ ਨਹੀਂ ਹੈਗੀ, ਤਾਂ ਫਿਰ ਇੱਦਾਂ ਦੀਆਂ ਟੈਨਸ਼ਨ ਵਾਲੀਆਂ ਗੱਲਾਂ ਹੀ ਬਾਹਰ ਆਉਣੀਆਂ ਨੇ। ਕੋਈ ਚੰਗੀ ਗੱਲ ਤੇ ਬਾਹਰ ਆਉਣੀ ਨਹੀਂ, ਨੈਗੇਟਿਵ ਗੱਲਾਂ। ਔਰ ਤੁਸੀਂ ਇਸ ਗੱਲ ਨੂੰ ਦੇਖੋ ਕਿ ਤੁਸੀਂ ਕਿਸ ਅਹੁਦੇ ਵਾਸਤੇ ਕੋਸ਼ਿਸ਼ ਕਰ ਰਹੇ ਹੋ, ਔਰ ਤੁਸੀਂ ਇੱਕ ਲੇਡੀ ਬਾਰੇ ਕੀ ਬੋਲ ਰਹੇ ਹੋ। ਔਰ ਜੇ ਉਹ ਲੇਡੀ ਪ੍ਰੈਜ਼ੀਡੈਂਟ ਆਫ ਅਮਰੀਕਾ ਬਣ ਜਾਂਦੀ ਹੈ, ਫਰਸਟ ਲੇਡੀ, ਤਾਂ ਫਿਰ ਜੋ ਤੁਸੀਂ ਇਹ ਗੱਲਾਂ ਬੋਲੀਆਂ ਨੇ ਉਹ ਇਤਿਹਾਸ ਕੀ ਕਹੇਗਾ, ਆਉਣ ਵਾਲੀ ਪੀੜ੍ਹੀ ਕੀ ਕਹੇਗੀ ਤੁਹਾਡੇ ਬਾਰੇ। ਤੁਸੀਂ ਆ ਕੀ ਕਰਦੇ ਰਹੇ। ਅਸੀਂ ਬਾਰ-ਬਾਰ ਆਪਣੇ ਪਲੇਟਫਾਰਮ ਤੋਂ ਇਹ ਗੱਲ ਕਹਿੰਦੇ ਹਾਂ ਕਿ ਆਪਸ ਦੇ ਵਿੱਚ ਵਿਚਾਰਾਂ ਦਾ ਵਖਰੇਵਾਂ ਹੋ ਸਕਦਾ, ਵਿਚਾਰ ਅਲੱਗ-ਅਲੱਗ ਹੋ ਸਕਦੇ ਨੇ, ਪਰ ਉਹਦਾ ਮਤਲਬ ਇਹ ਤਾਂ ਨਹੀਂ ਕਿ ਵਿਚਾਰਾਂ ਦੇ ਵਖਰੇਵੇਂ ਕਰਕੇ ਅਸੀਂ ਦੁਸ਼ਮਣ ਹੋ ਗਏ। ਅਸੀਂ ਕੋਈ ਦੁਸ਼ਮਣ ਥੋੜ੍ਹਾ ਹੈਗੇ ਹਾਂ ਆਪਸ ਦੇ ਵਿੱਚ। ਅਸੀਂ ਸਿਟੀਜ਼ਨਸ ਆਫ ਅਮਰੀਕਾ ਹੈਗੇ ਹਾਂ ਅਕੋਰਡਿੰਗ ਟੂ ਦ ਕਨਸਟੀਟਿਊਸ਼ਨ ਆਫ ਅਮਰੀਕਾ। ਇਸ ਕਰਕੇ ਇਸ ਗੱਲ ਦਾ ਲਿਹਾਜ਼ ਕਰੋ ਬੋਲਣ ਲੱਗਿਆਂ ਵੀ ਤੁਸੀਂ ਕੀ ਬੋਲੀ ਜਾਂਦੇ ਹੋ। ਇੰਨਾ ਕੁਝ ਥੋੜ੍ਹਾ ਬੋਲੀ ਦਾ ਹੁੰਦਾ ਹੈ।
ਸਿੱਧੀ ਸਾਦੀ ਗੱਲ ਕਰੀਦੀ ਹੁੰਦੀ ਹੈ, ਲੌਜਿਕ ਦੇ ਉੱਤੇ ਗੱਲ ਕਰੀਦੀ ਹੁੰਦੀ ਹੈ, ਫੈਕਟਸ ਦੇ ਉੱਤੇ ਗੱਲ ਕਰੀਦੀ ਹੁੰਦੀ ਹੈ। ਆਪ ਮੁਹਾਰੇ ਬੋਲੀ ਜਾਓ, ਇਹ ਸ਼ੋਭਾ ਨਹੀਂ ਦਿੰਦਾ। ਔਰ ਖਾਸ ਕਰਕੇ ਪ੍ਰੈਜ਼ੀਡੈਂਟ ਦੇ ਅਹੁਦੇ ਦੇ ਉੱਤੇ ਤੁਸੀਂ ਕੰਮ ਕਰਨ ਜਾ ਰਹੇ ਹੋ ਔਰ ਤੁਸੀਂ ਇਸ ਤਰ੍ਹਾਂ ਦੇ ਰਿਮਾਰਕਸ ਕਰਦੇ ਹੋ। ਸੋ ਇਸ ਕਰਕੇ ਹੀ ਕਮਲਾ ਹੈਰਿਸ ਉਹਨਾਂ ਨੂੰ ਕਹਿੰਦੇ ਨੇ ਫਾਸਿਸਟ ਨੇ, ਅਥੋਰੀਟੇਰੀਅਨ ਨੇ, ਕਿਸੇ ਦੀ ਸੁਣਦੇ ਨਹੀਂ, ਡਿਕਟੇਟਰਸ਼ਿਪ ਉਹਨਾਂ ਦੀ ਸੋਚ ਦੇ ਵਿੱਚ। ਤਮਾਮ ਤਰ੍ਹਾਂ ਦੀਆਂ ਗੱਲਾਂ ਐਡਮਿਨਿਸਟ੍ਰੇਸ਼ਨ ਨੂੰ ਲੈ ਕੇ, ਵੋਟਾਂ ਨੂੰ ਬਦਲਣ ਨੂੰ ਲੈ ਕੇ, ਵੋਟਾਂ ਦੇ ਉੱਤੇ ਡਾਊਟ ਕ੍ਰੀਏਟ ਕਰਨ ਨੂੰ ਲੈ ਕੇ, ਤਮਾਮ ਤਰ੍ਹਾਂ ਦੀਆਂ ਗੱਲਾਂ। ਪ੍ਰਵਾਸੀਆਂ ਦੇ ਖਿਲਾਫ, ਹੁਣ ਜੇ ਪ੍ਰਵਾਸੀ ਹਿੱਸਾ ਨੇ ਅਮਰੀਕਾ ਦਾ, ਅਮਰੀਕਾ ਦੀ ਇਕੋਨਮੀ ਦਾ, ਤਾਂ ਤੁਸੀਂ ਉਹਨਾਂ ਦੇ ਖਿਲਾਫ ਕਿੱਦਾਂ ਜਾ ਸਕਦੇ ਹੋ? ਉਹਨਾਂ ਦੀ ਸਪੋਰਟ ਹੈ, ਉਹਨਾਂ ਦਾ ਵੀ ਕੰਟਰੀਬਿਊਸ਼ਨ ਹੈ ਅਮਰੀਕਾ ਨੂੰ ਬਣਾਉਣ ਦੇ ਵਿੱਚ, ਗ੍ਰੇਟ ਬਣਾਉਣ ਦੇ ਵਿੱਚ। ਤੁਸੀਂ ਉਹਨਾਂ ਨੂੰ ਕੰਡੈਮ ਕਿਵੇਂ ਕਰ ਸਕਦੇ ਹੋ? ਪ੍ਰਵਾਸੀ ਤਾਂ ਐਲਨ ਮਸਕ ਵੀ ਹੈਗੇ ਨੇ, ਆਪਾਂ ਰੋਜ਼ ਇਸ ਬਾਰੇ ਜ਼ਿਕਰ ਵੀ ਕਰਦੇ ਹਾਂ। ਸੋ ਇਸ ਕਰਕੇ ਉਹਨਾਂ ਦੇ ਰਿਮਾਰਕਸ ਦੇ ਉੱਤੇ ਫੋਕਸ ਕਰਦੇ ਨੇ ਕਮਲਾ ਹੈਰਿਸ, ਔਰ ਉਸੇ ਹੀ ਟੋਨ ਦੇ ਵਿੱਚ ਡੈਮੋਕ੍ਰੇਸੀ ਦੇ ਉੱਤੇ ਫੋਕਸ ਕਰਦੇ ਨੇ। ਸੋ ਡੈਮੋਕ੍ਰੇਸੀ ਆਟੋਕ੍ਰੇਸੀ ਦੇ ਵਿੱਚ ਕਨਵਰਟ ਹੁੰਦੀ ਹੈ, ਲੋਕਤੰਤਰ ਡਿਕਟੇਟਰਸ਼ਿਪ ਦੇ ਵਿੱਚ, ਤਾਨਾਸ਼ਾਹੀ ਦੇ ਵਿੱਚ ਕਨਵਰਟ ਹੁੰਦਾ ਹੈ ਜਦੋਂ ਡੋਨਲਡ ਟਰੰਪ ਨੂੰ, ਉਹਨਾਂ ਦੀਆਂ ਗੱਲਾਂ ਨੂੰ, ਉਹਨਾਂ ਦੇ ਵਿਚਾਰਾਂ ਨੂੰ, ਡੋਨਲਡ ਟਰੰਪ ਦੀ ਸਾਰੀ ਕੈਂਪੇਨਸ ਦੀ ਸਟ੍ਰੈਟਜੀ ਨੂੰ ਸਾਹਮਣੇ ਰੱਖ ਕੇ ਗੱਲਬਾਤ ਕੀਤੀ ਜਾਂਦੀ ਹੈ, ਜਿਵੇਂ ਉਹ ਟੈਲੀਵਿਜ਼ਨ ਇੰਟਰਵਿਊਜ਼, ਰੇਡੀਓ ਇੰਟਰਵਿਊਜ਼, ਸਭ ਜਗ੍ਹਾ ਗੱਲਬਾਤ ਕਰਦੇ ਨੇ। ਔਰ ਉਹਨਾਂ ਦੇ ਇਨਸਲਟ ਵਾਲੇ ਰਿਮਾਰਕਸ, ਉਹਨਾਂ ਦੇ ਰੇਸਿਜ਼ਮ ਵਾਲੇ ਰਿਮਾਰਕਸ ਉਹਨਾਂ ਨੂੰ ਉਛਾਲਿਆ ਜਾਂਦਾ, ਕਿਉਂਕਿ ਓਪੋਨੈਂਟਸ ਨੂੰ ਤੁਹਾਡੀ ਕਮਜ਼ੋਰੀ ਪਤਾ ਲੱਗਣੀ ਚਾਹੀਦੀ ਆ। ਉਹਨਾਂ ਨੇ ਤਾਂ ਗੁੱਡੇ ਬੰਨ੍ਹ ਦੇਣੇ ਨੇ, ਪੂਰੇ ਸ਼ਹਿਰ 'ਚ ਤੁਹਾਡੇ ਨਾਂ ਦੇ ਝੰਡੇ ਝੁਲਾ ਦੇਣੇ ਨੇ ਉਹਨਾਂ ਨੇ। ਇਸ ਕਰਕੇ ਥੋੜ੍ਹਾ ਇਹਤਿਆਤ, ਕੰਟਰੋਲ ਯੋਰਸੈਲਫ। ਜਜ਼ਬਾਤੀ ਦੇਖੋ, ਜਜ਼ਬਾਤਾਂ ਨੂੰ ਕਿਵੇਂ ਕੰਟਰੋਲ ਕਰਨਾ ਹੈ, ਇਹ ਪ੍ਰੈਸ਼ਰ ਆ, ਪ੍ਰੈਸ਼ਰ ਦੇ ਵਿੱਚ। ਔਰ ਜਦੋਂ ਕੋਈ ਜਜ਼ਬਾਤਾਂ ਨੂੰ ਕੰਟਰੋਲ ਨਹੀਂ ਕਰਦਾ ਤਾਂ ਆਹੀ ਹਾਲ ਹੁੰਦਾ ਜੋ ਡੋਨਲਡ ਟਰੰਪ ਕਰਦੇ ਪਏ ਨੇ। ਸੋ ਇਸ ਕਰਕੇ ਕਮਲਾ ਹੈਰਿਸ ਬੈਲੈਂਸਡ ਪਰਸਨੈਲਿਟੀ ਬਣ ਕੇ ਸਾਹਮਣੇ ਆਉਂਦੇ ਪਏ ਨੇ, ਔਰ ਇਹ ਉਹਨਾਂ ਦਾ ਇੱਕ ਪਲੱਸ ਪੁਆਇੰਟ ਹੈ ਜੋ ਲੋਕਾਂ ਨੂੰ ਪਸੰਦ ਆ ਰਿਹਾ। ਨਾਓ ਜੋ ਇਹ ਤਰ੍ਹਾਂ ਦੇ ਰਿਮਾਰਕਸ ਕਰਦੇ ਨੇ ਡੋਨਲਡ ਟਰੰਪ, ਤਾਂ ਉਹਨਾਂ ਰਿਮਾਰਕਸ ਕਰਕੇ ਕੰਟਰੋਵਰਸ਼ੀਅਲ ਸਟੇਟਮੈਂਟਸ ਵੀ ਹੁੰਦੀਆਂ ਨੇ, ਕਿਉਂਕਿ ਅਕਸਰ ਸਿਆਣੇ ਕਹਿੰਦੇ ਨੇ ਕਿ ਕੰਮ ਜਜ਼ਬਾਤਾਂ ਨਾਲ ਕਰੀਦਾ ਹੁੰਦਾ ਹੈ, ਜਜ਼ਬਾਤੀ ਹੋ ਕੇ ਨਹੀਂ ਕਰੀਦਾ ਹੁੰਦਾ। ਜਜ਼ਬਾਤੀ ਹੋ ਕੇ, ਇਮੋਸ਼ਨਲ ਹੋ ਕੇ ਬੰਦਾ ਗਲਤੀ ਕਰੇਗਾ, ਲੇਕਿਨ ਜਜ਼ਬਾਤ ਮਤਲਬ ਤੁਹਾਡੇ ਅੰਦਰ ਚਾਹ ਹੈ ਕੰਮ ਕਰਨ ਦੀ, ਲਗਨ ਹੈ, ਉਹ ਹੈ ਜਜ਼ਬਾਤ। ਜਜ਼ਬਾਤ ਨਾਲ ਕੰਮ ਕਰੋ, ਜਜ਼ਬਾਤੀ ਹੋ ਕੇ ਨਹੀਂ। ਜਜ਼ਬਾਤਾਂ ਨੂੰ ਕੰਟਰੋਲ ਕਰੋ। IQ ਲੈਵਲ ਤੇ EQ ਲੈਵਲ, ਇੰਟੈਲੀਜੈਂਸ ਕੋਸ਼ੈਂਟ ਤੇ ਇਮੋਸ਼ਨਲ ਕੋਸ਼ੈਂਟ, ਦੋਵਾਂ ਦਾ ਬੈਲੈਂਸ ਚਾਹੀਦਾ, ਤਾਂ ਇੱਕ ਪਰਫੈਕਟ ਬੈਲੈਂਸਡ ਪਰਸਨੈਲਿਟੀ ਸਾਹਮਣੇ ਆਉਂਦੀ ਹੈ। ਨਾਓ ਬੈਕ ਟੂ ਦ ਪੁਆਇੰਟ, ਜਿਹੜੀ ਡਿਫੈਂਡ ਕਰਦੇ ਨੇ ਕੰਟਰੋਵਰਸ਼ੀਅਲ ਰਿਮਾਰਕਸ ਜੋ ਡੋਨਲਡ ਟਰੰਪ ਦੇ ਨੇ, ਉਹਨਾਂ ਦੀ ਇੰਟਰਵਿਊਜ਼ ਹੋਈਆਂ ਨੇ, CNN ਤੇ ਹੋਈ ਹੈ, NBC ਨਿਊਜ਼ ਤੇ ਹੋਈ ਹੈ, CBS ਨਿਊਜ਼ ਤੇ ਹੋਈ ਹੈ, ਵਾਸ਼ਿੰਗਟਨ ਪੋਸਟ ਦੇ ਵਿੱਚ ਖਾਸ ਐਨਾਲਿਸਿਸ ਇਹਦੇ ਉੱਤੇ ਛਪਿਆ ਹੈ। ਜਿਹੜੀ ਵਾਂਸ ਉਹਨਾਂ ਨੂੰ ਡਿਫੈਂਡ ਕਰਦੇ ਨੇ, ਔਰ ਜਿਸ ਤਰ੍ਹਾਂ ਸਪੋਰਟਰਸ ਕਹਿੰਦੇ ਹੁੰਦੇ ਨੇ, ਨਹੀਂ ਉਹਨਾਂ ਨੇ ਇਹ ਨਹੀਂ ਕਿਹਾ ਸੀ, ਨਹੀਂ ਉਹਨਾਂ ਦਾ ਇਹ ਮਤਲਬ ਨਹੀਂ ਸੀ, ਨਹੀਂ ਇਹ ਮਤਲਬ ਤੁਸੀਂ ਕੱਢ ਲਿਆ। ਹੁਣ ਦੱਸੋ, ਮਤਲਬ ਕੱਢ ਲਿਆ, ਬੁੱਧੂ ਬੈਠੇ ਨੇ ਸਾਰੇ ਲੋਕ ਕਿ ਜੇ ਉਹ ਗੱਲ ਦਾ ਮਤਲਬ ਨਹੀਂ ਤੇ ਉਹ ਮਤਲਬ ਉਹ ਕੱਢ ਲੈਣਗੇ। ਕੋਈ ਨਾ ਕੋਈ ਗੱਲ ਤੇ ਹੈਗੀ ਹੈ, ਅੱਗ ਲੱਗੀ ਹੈ ਤਾਂ ਧੂੰਆਂ ਤਾਂ ਉੱਠਣਾ ਹੀ ਹੈ, ਜਾਂ ਫਿਰ ਬਿਨਾਂ ਅੱਗ ਤੋਂ ਧੂੰਆਂ ਉੱਠਣਾ। ਹੁਣ ਇਹ ਕਨਫਿਊਜ਼ਨ, ਇਹ ਡਾਊਟ ਕਿੱਦਾਂ ਕ੍ਰੀਏਟ ਕੀਤਾ ਜਾਂਦਾ ਹੈ? ਇਹ ਜਿੱਦਾਂ ਸਪੋਰਟਰਸ ਕਰ ਰਹੇ ਨੇ, JD ਵੀ ਕਰ ਰਹੇ ਨੇ, ਔਰ ਡਾਊਟ ਕ੍ਰੀਏਟ ਕਰਨ ਦੇ ਵਿੱਚ ਖੁਦ ਡੋਨਲਡ ਟਰੰਪ ਵੀ ਬੜੇ ਮਾਹਿਰ ਨੇ। ਪਤਾ ਨਹੀਂ ਕਿੱਥੋਂ ਕਿਹੜੀਆਂ ਗੱਲਾਂ ਲੈ ਕੇ ਝੂਠ ਸੱਚ ਦਾ ਮਸਾਲਾ ਬਣਾ ਕੇ ਲੋਕਾਂ ਨੂੰ ਪਰੋਸ ਦਿੰਦੇ ਨੇ, ਲਓ ਜੀ ਖਾਓ, ਭਾਵੇਂ ਤੁਹਾਡਾ ਪੇਟ ਗੜਬੜ ਹੋ ਜਾਏ ਖਾਣ ਤੋਂ ਬਾਅਦ। ਮੈਕਡੋਨਲਡਸ ਦੇ ਵਿੱਚ ਜਿੱਦਾਂ ਫਰੈਂਚ ਫਰਾਈਜ਼ ਦੇ ਰਹੇ ਨੇ, ਬਰਗਰਸ ਦੇ ਰਹੇ ਨੇ, ਉਸੇ ਤਰ੍ਹਾਂ ਇਹ ਇੱਕ ਵੱਖਰੀ ਡਿਸ਼ ਖਵਾਉਂਦੇ ਨੇ, ਪਤਾ ਨਹੀਂ ਕੀ ਕੁਛ ਮਿਕਸ ਕਰਕੇ, ਜਿਸ ਦਾ ਸਾਰੀ ਰੈਸਪੀ ਇਹਨਾਂ ਦੀ ਪੋਲੀਟੀਕਲ ਪਲੇ ਬੁੱਕ ਦੇ ਵਿੱਚ ਹੈ, ਉੱਥੋਂ ਕੱਢ ਕੇ ਖਵਾਉਂਦੇ ਨੇ। ਵੀ ਆਰ ਨਾਟ ਕ੍ਰਿਟੀਸਾਈਜ਼ਿੰਗ ਐਨੀਬੋਡੀ, no praise, no criticism। ਕਦੀ ਕੰਡੈਮ ਨਹੀਂ ਕਰਨਾ, ਕਿਸੇ ਦੀ ਨਿੰਦਾ ਨਹੀਂ ਕਰਨੀ, ਕਿਸੇ ਦੀ ਤਾਰੀਫ ਨਹੀਂ ਕਰਨੀ, ਓਨਲੀ ਫੈਕਟਸ ਦੇ ਉੱਤੇ ਗੱਲ ਕਰਨੀ ਹੈ, ਲੌਜਿਕ ਦੇ ਉੱਤੇ ਗੱਲ ਕਰਨੀ ਹੈ। ਕਿਹੜੀ ਚੀਜ਼ ਸ਼ੋਭਾ ਦਿੰਦੀ, ਕਿਹੜੀ ਚੀਜ਼ ਸ਼ੋਭਾ ਨਹੀਂ ਦਿੰਦੀ। ਜੋ ਪੁਆਇੰਟਸ ਪਹੁੰਚਦੇ ਨੇ ਵੱਖ-ਵੱਖ ਨਿਊਜ਼ਪੇਪਰਸ, ਵੱਖ-ਵੱਖ ਨਿਊਜ਼ ਪੋਰਟਲਸ, ਜਿੱਥੋਂ ਚੈਨਲਸ, ਐਵਰੀਥਿੰਗ, ਉਸ ਨੂੰ ਧਿਆਨ 'ਚ ਰੱਖਦੇ ਹੋਏ ਲੌਜਿਕ ਦੇ ਉੱਤੇ ਗੱਲ ਕਰਨੀ ਹੈ। ਕਿਸੇ ਦੀ ਤਾਰੀਫ ਨਹੀਂ, ਕਿਸੇ ਦੀ ਨਿੰਦਾ ਨਹੀਂ, ਨੋ, ਬੈਲੈਂਸ। ਇਹ ਜ਼ਰੂਰੀ ਹੈ, ਇਹ ਹਰ ਥਾਂ ਤੇ ਜ਼ਰੂਰੀ ਹੈ। ਸਾਰੇ ਮੀਡੀਆ ਹਾਊਸ ਨੂੰ ਇਹੀ ਕਰਨਾ ਚਾਹੀਦਾ।
ਸੋ ਅਸੀਂ ਆਪਣੇ ਪਲੇਟਫਾਰਮ ਤੋਂ ਇਹ ਫੈਕਟਸ ਲੈ ਕੇ ਆਉਣੇ ਆ ਜਿਸ ਨੂੰ ਸੋਚਣਾ ਹੈ, ਸਾਰਿਆਂ ਨੇ ਮਿਲ ਕੇ ਸੋਚਣਾ ਹੈ ਔਰ ਉਸ ਸੋਚਣ ਤੋਂ ਬਾਅਦ ਹੀ ਵੋਟ ਕਰਨੀ ਹੈ, ਕਿਉਂਕਿ ਵੋਟ ਇੰਪੋਰਟੈਂਟ ਹੈ। ਸਿਟੀਜ਼ਨਸ ਦੀ ਵੋਟ ਇੰਪੋਰਟੈਂਟ ਹੈ। ਡੈਮੋਕ੍ਰੇਸੀ ਦੇ ਵਿੱਚ ਲੀਡਰਸ ਉਹ ਕੰਮ ਨਹੀਂ ਕਰ ਸਕਦੇ ਜੋ ਕੰਮ ਜਨਤਾ ਕਰ ਸਕਦੀ ਹੈ। ਸਾਰੀ ਪਾਵਰ ਜਨਤਾ ਦੇ ਹੱਥ 'ਚ ਹੈ। ਫॉर द ਪੀਪਲ, ਆਫ ਦ ਪੀਪਲ, ਬਾਏ ਦ ਪੀਪਲ। ਅਸੀਂ ਹਮੇਸ਼ਾ ਆਪਣੇ ਪਲੇਟਫਾਰਮ ਤੋਂ ਇਹ ਗੱਲ ਕਰਦੇ ਹਾਂ। ਇਸ ਕਰਕੇ ਡੈਮੋਕ੍ਰੇਸੀ ਦੇ ਵਿੱਚ ਸਿਰਫ ਇਹ ਨਹੀਂ ਹੈ ਕਿ ਵੋਟ ਪਾਇਆ ਤੇ ਕੰਮ ਖਤਮ ਹੋ ਗਿਆ, ਨਹੀਂ। ਵੋਟ ਪਾਉਣ ਤੋਂ ਬਾਅਦ ਤੇ ਕੰਮ ਸ਼ੁਰੂ ਹੁੰਦਾ ਹੈ। ਤੁਹਾਡਾ ਕੈਂਡੀਡੇਟ ਜਿੱਤੇ ਜਾਂ ਹਾਰੇ, ਜੋ ਵੀ ਰਿਜ਼ਲਟ ਆਏ, ਪਰ ਤੁਸੀਂ ਵੋਟ ਪਾਈ ਹੈ ਔਰ ਉਸ ਦੇ ਰਿਜ਼ਲਟ ਆਏ ਨੇ, ਹੁਣ ਤੁਸੀਂ ਸਰਕਾਰ ਬਣਾ ਚੁੱਕੇ ਹੋ। ਭਾਵੇਂ ਤੁਹਾਡਾ ਕੈਂਡੀਡੇਟ ਹਾਰ ਗਿਆ, ਭਾਵੇਂ ਜਿੱਤ ਗਿਆ, ਪਰ ਸਰਕਾਰ ਬਣ ਚੁੱਕੀ ਹੈ। ਹੁਣ ਸਰਕਾਰ ਨੂੰ ਸਪੋਰਟ ਕਰਨਾ ਤੁਹਾਡਾ ਸਾਰਿਆਂ ਦਾ ਫਰਜ਼ ਹੈ, ਬੀਇੰਗ ਦ ਸਿਟੀਜ਼ਨ ਆਫ ਅਮਰੀਕਾ, ਕਿਉਂਕਿ ਤੁਸੀਂ ਆਪਣੇ ਦੇਸ਼ ਪ੍ਰਤੀ ਲਾਇਲ ਹੋ, ਦੇਸ਼ ਪ੍ਰਤੀ ਵਫਾਦਾਰ ਹੋ। ਔਰ ਜੋ ਕੈਂਡੀਡੇਟ, ਜੋ ਪੋਲੀਟੀਕਲ ਲੀਡਰ ਜਿੱਥੇ ਗਲਤੀ ਕਰਦਾ ਹੈ, ਉਂਗਲ ਚੁੱਕੋ। ਇਹ ਰਾਈਟ ਤੁਹਾਨੂੰ ਦਿੰਦਾ ਹੈ ਕੌਨਸਟੀਟਿਊਸ਼ਨ ਆਫ ਅਮਰੀਕਾ। ਗਲਤ ਨੂੰ ਗਲਤ ਕਹਿਣਾ, ਸਹੀ ਨੂੰ ਸਹੀ ਕਹਿਣਾ, ਤਾਂ ਹੀ ਦੇਸ਼ ਚੱਲੇਗਾ, ਤਾਂ ਹੀ ਗ੍ਰੇਟ ਅਮਰੀਕਾ ਬਣਦਾ ਹੈ, ਤਾਂ ਹੀ ਗ੍ਰੇਟ ਚੈਪਟਰਸ ਲਿਖੇ ਜਾਂਦੇ ਨੇ ਹਿਸਟਰੀ ਦੇ ਵਿੱਚ। ਨਾਓ ਬੈਕ ਟੂ ਦ ਪੁਆਇੰਟ। ਡੈਮੋਕ੍ਰੇਸੀ 250 ਸਾਲ ਪੁਰਾਣਾ ਅਮਰੀਕਨ ਸਿਸਟਮ ਡੈਮੋਕ੍ਰੇਸੀ। ਮਾਡਰਨ ਡੈਮੋਕ੍ਰੇਸੀ ਦੀ ਡੈਫੀਨੇਸ਼ਨ ਅਮਰੀਕਾ ਤੋਂ ਸ਼ੁਰੂ ਹੁੰਦੀ ਹੈ, ਫॉर द ਪੀਪਲ, ਆਫ ਦ ਪੀਪਲ, ਬਾਏ ਦ ਪੀਪਲ। ਸੋ 4 ਸਾਲਾਂ ਦੇ ਵਿੱਚ ਜੋ ਹੋਇਆ 2020 ਤੋਂ ਬਾਅਦ, ਜਦੋਂ ਸੈਕਿੰਡ ਟਾਈਮ ਡੋਨਲਡ ਟਰੰਪ ਨਹੀਂ ਬਣੇ ਪ੍ਰੈਜ਼ੀਡੈਂਟ ਆਫ ਅਮਰੀਕਾ, ਜੋ ਬਾਈਡਨ ਬਣ ਗਏ, ਤਾਂ ਉਸ ਤੋਂ ਬਾਅਦ ਜੋ ਪਰਿਵਰਤਨ ਦੇਖਣ ਨੂੰ ਮਿਲਿਆ ਅਮਰੀਕਾ ਦੀ ਧਰਤੀ ਦੇ ਉੱਤੇ, ਪੋਲੀਟੀਕਲੀ, ਸੋਸ਼ਲੀ, ਇਕਨੋਮਿਕਲੀ, ਔਰ ਕਿਤੇ ਨਾ ਕਿਤੇ ਰਿਲੀਜਨ ਦਾ ਵੀ ਟੱਚ ਮਿਲਦਾ ਹੈ, ਕਿਉਂਕਿ ਇਸ ਵਾਰ ਇਲੈਕਸ਼ਨਸ ਦੇ ਵਿੱਚ ਰਿਲੀਜਨ ਦਾ ਵੀ ਟੱਚ ਮਿਲਦਾ ਪਿਆ, ਕਿਉਂਕਿ ਡੋਨਲਡ ਟਰੰਪ ਆਪਣਾ ਇੱਕ ਬਾਈਬਲ ਵੀ ਲੈ ਕੇ ਆਏ ਹੋਏ ਨੇ, ਉਹਦੀ ਵੀ ਗੱਲ ਕਰਦੇ ਨੇ। ਸੋ ਇਹ ਚਾਰੋਂ ਐਂਗਲ ਮਿਲਦੇ ਪਏ ਨੇ, ਪੋਲੀਟੀਕਲ, ਸੋਸ਼ਲ, ਇਕਨੋਮਿਕਲ, ਰਿਲੀਜੀਅਸ। ਔਰ ਇਹਨਾਂ ਚਾਰਾਂ ਖੇਤਰਾਂ ਦੇ ਵਿੱਚ ਜੋ ਜੋ ਪਰਿਵਰਤਨ ਆਏ ਨੇ, ਤਾਂ ਉਹਦਾ ਨਤੀਜਾ ਕੀ ਆਇਆ ਕਿ ਲੋਕਾਂ ਦਾ ਵਿਸ਼ਵਾਸ ਡੈਮੋਕ੍ਰੇਸੀ ਦੇ ਵਿੱਚ ਖਤਮ ਹੁੰਦਾ ਪਿਆ। ਲੋਕ ਡੈਮੋਕ੍ਰੇਸੀ ਦੇ ਪ੍ਰਤੀ ਹੁਣ ਉਹ ਭਾਵਨਾ ਨਹੀਂ ਰੱਖਦੇ ਜੋ ਪਹਿਲਾਂ ਰੱਖਦੇ ਸੀ। 4 ਸਾਲ ਪਿੱਛੇ ਜਾਓ ਤਾਂ ਕੁਝ ਹੋਰ ਭਾਵਨਾ ਮਿਲੇਗੀ, 2020 ਤੋਂ ਬਾਅਦ ਕੁਝ ਹੋਰ ਭਾਵਨਾ ਮਿਲੇਗੀ। ਹਾਲਾਂਕਿ ਐਕਸਪਰਟਸ ਕਹਿੰਦੇ ਨੇ ਕਿ ਜਦੋਂ ਕਮਲਾ ਹੈਰਿਸ ਫਰੰਟ ਤੇ ਆਏ ਨੇ, ਜੋ ਬਾਈਡਨ ਨੇ ਉਹਨਾਂ ਨੂੰ ਐਂਡੋਰਸ ਕਰ ਦਿੱਤਾ ਹੈ, ਤਾਂ ਕਮਲਾ ਹੈਰਿਸ ਨੂੰ ਦੇਖ ਕੇ, ਉਹਨਾਂ ਦੇ ਵਿਚਾਰ, ਉਹਨਾਂ ਦੇ ਵਿਜ਼ਨ ਨੂੰ ਦੇਖ ਕੇ ਲੋਕਾਂ ਦੇ ਵਿਸ਼ਵਾਸ ਜਾਗੇ ਨੇ ਫਿਰ ਤੋਂ ਡੈਮੋਕ੍ਰੇਸੀ ਦੇ ਵਿੱਚ, ਕਿ ਇੱਕ ਇਨਸਾਨ ਆਇਆ ਹੈ ਜਿਹੜਾ ਸਾਡੀ ਗੱਲ ਸੁਣਦਾ ਹੈ, ਜਿਹੜਾ ਸਾਡੀ ਤਕਲੀਫ ਸਮਝਦਾ ਹੈ, ਜਿਹੜੇ ਸਾਡੇ ਮਨ ਦੇ ਅੰਦਰ ਦੇਖ ਸਕਦਾ, ਜਿਹਦਾ ਆਪਣਾ ਮਨ ਵੀ ਸੋਹਣਾ ਹੈ। ਇਹ ਸਾਰੀਆਂ ਤਮਾਮ ਗੱਲਾਂ ਬਣਦੀਆਂ ਨੇ ਕਮਲਾ ਹੈਰਿਸ ਬਾਰੇ, ਕਿ ਇਹਨਾਂ ਦਾ ਆਪਣਾ ਮਨ ਸੋਹਣਾ ਹੈ। ਮਨ ਦਾ ਸੋਹਣਾ ਹੋਣਾ ਬਹੁਤ ਜ਼ਰੂਰੀ ਹੈ। ਜਿੰਨਾ ਸੋਹਣਾ ਮਨ, ਉਨੇ ਹੀ ਸੋਹਣੇ ਕੰਮ, ਇਹ ਸਿਆਣੇ ਕਹਿੰਦੇ ਨੇ। ਸੋ ਇੱਕ ਵਿਸ਼ਵਾਸ ਇਹ ਬਣਿਆ ਹੈ, ਔਰ ਜਿਸ ਤਰ੍ਹਾਂ ਵਿਸ਼ਵਾਸ ਟੁੱਟਿਆ ਲੋਕਾਂ ਦਾ ਡੈਮੋਕ੍ਰੇਸੀ ਦੇ ਵਿੱਚ, ਇਹ ਸਾਰੇ ਹਾਲਾਤਾਂ ਨੂੰ ਦੇਖਦੇ ਹੋਏ ਜੋ 4 ਸਾਲਾਂ ਦੇ ਅੰਦਰ ਡਿਵੈਲਪ ਹੋਏ ਨੇ, ਤਮਾਮ ਪੋਲੀਟੀਕਲ ਲੀਡਰਸ ਦੀਆਂ ਗੱਲਾਂ, ਔਰ ਇਸ ਵਕਤ ਅਸੀਂ ਦੇਖਦੇ ਹਾਂ ਕੈਂਪੇਨਸ ਦੇ ਵਿੱਚ ਜਿਸ ਤਰ੍ਹਾਂ ਜ਼ਹਿਰੀਲੀਆਂ ਗੱਲਾਂ ਬੋਲੀਆਂ ਜਾਂਦੀਆਂ ਪਈਆਂ ਨੇ, ਇਹ ਵੀ ਇੱਕ ਇਤਿਹਾਸ ਰਹਿਣਾ। ਔਰ ਪੇਰੈਂਟਸ ਨੂੰ ਚਾਹੀਦਾ ਇਹਨਾਂ ਜ਼ਹਿਰੀਲੀਆਂ ਗੱਲਾਂ ਤੋਂ ਆਪਣੇ ਬੱਚਿਆਂ ਨੂੰ, ਯੰਗਸਟਰਸ ਨੂੰ, ਆਉਣ ਵਾਲੀ ਜਨਰੇਸ਼ਨ ਨੂੰ ਬਚਾ ਕੇ ਰੱਖਣ। ਟੀਚਰਸ ਨੂੰ ਚਾਹੀਦਾ, ਹਰ ਇੰਸਟੀਚਿਊਟ ਨੂੰ ਚਾਹੀਦਾ, ਕਿਉਂਕਿ ਇਹ ਜ਼ਹਿਰੀਲੀਆਂ ਗੱਲਾਂ ਮਨ ਨੂੰ ਜ਼ਹਿਰਾ ਕਰ ਦਿੰਦੀਆਂ, ਮਨ ਨੂੰ ਜ਼ਹਿਰੀਲਾ ਕਰ ਦਿੰਦੀਆਂ ਨੇ। ਫਿਰ ਮਨ ਸੋਹਣਾ ਨਹੀਂ ਰਹਿੰਦਾ। ਜੇ ਮਨ ਨਹੀਂ ਸੋਹਣਾ ਤਾਂ ਫਿਰ ਕੰਮ ਕਿੱਥੋਂ ਸੋਹਣੇ ਹੋਣੇ ਨੇ। ਇਸ ਕਰਕੇ ਇਸ ਜ਼ਹਿਰ ਤੋਂ ਬਚਾਓ। ਜੋ ਪੋਲੀਟੀਕਲ ਲੀਡਰਸ ਕਈ ਵਾਰ ਗਲਤ ਗੱਲਾਂ, ਜ਼ਹਿਰੀਲੀਆਂ ਗੱਲਾਂ ਬੋਲਦੇ ਨੇ, ਉੱਥੋਂ ਕਿਵੇਂ ਬਚਿਆ ਜਾਵੇ, ਇਹ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਇਹ ਤਾਂ ਹਵਾ 'ਚ ਨੇ ਨਾ, ਫਿਜ਼ਾ 'ਚ ਨੇ, ਹਰ ਥਾਂ 'ਤੇ ਚਲੀਆਂ ਜਾਣਗੀਆਂ। ਕਿਤੇ ਟੈਲੀਵਿਜ਼ਨ ਦੇ ਜ਼ਰੀਏ, ਕਿਤੇ ਬ੍ਰੌਡਕਾਸਟ ਦੇ ਜ਼ਰੀਏ, ਕਿਤੇ ਪੋਡਕਾਸਟ ਦੇ ਜ਼ਰੀਏ, ਕਿਤੇ ਵੈਸੇ ਹੀ ਪ੍ਰਿੰਟ ਮੀਡੀਆ ਦੇ ਜ਼ਰੀਏ, ਔਰ ਵੈਸੇ ਗੱਲਾਂ ਬਾਤਾਂ ਦੇ ਜ਼ਰੀਏ, ਮਾਊਥ ਪਬਲਿਸਿਟੀ, ਉਹਨੇ ਇਹ ਕਿਹਾ ਸੀ ਤੇ ਉਹਨੇ ਉਹ ਕਿਹਾ ਸੀ। ਜ਼ਹਿਰੀਲੀਆਂ ਗੱਲਾਂ ਬਹੁਤ ਛੇਤੀ ਟਰੈਵਲ ਕਰਦੀਆਂ ਨੇ। ਬੱਚਿਆਂ ਨੂੰ ਕਿੱਦਾਂ ਬਚਾਉਣਾ ਹੈ, ਆਪਣੇ ਯੰਗ ਜਨਰੇਸ਼ਨ ਨੂੰ, ਆਪਣੇ ਪਰਿਵਾਰਾਂ ਨੂੰ ਕਿੱਦਾਂ ਬਚਾਉਣਾ, ਇਹ ਪੇਰੈਂਟਸ ਦੀ, ਟੀਚਰਸ ਦੀ, ਸਾਰੇ ਸੋਸ਼ਲ ਵਰਕਰਸ ਦੀ, ਜੋ ਅਮਰੀਕਾ ਦੇ ਪ੍ਰਤੀ ਸੈਂਸਿਟਿਵ ਨੇ, ਉਹਨਾਂ ਸਭ ਦੀ ਇਹ ਜ਼ਿੰਮੇਵਾਰੀ ਬਣਦੀ ਹੈ। ਕਿਉਂਕਿ ਇਹ ਜ਼ਹਿਰੀਲੀਆਂ ਗੱਲਾਂ ਬੋਲਣ ਵਾਲਿਆਂ ਨੇ ਤਾਂ ਬੋਲ ਕੇ ਆਪਣਾ ਕੰਮ ਕੱਢ ਲੈਣਾ, ਪਰ ਬਚਣਾ ਕਿਵੇਂ ਅਸੀਂ ਲੋਕਾਂ ਨੇ, ਤੇ ਆਉਣ ਵਾਲੇ ਸਮੇਂ ਨੂੰ ਕਿਵੇਂ ਬਚਾਉਣਾ, ਇਹ ਸਾਡੇ ਉੱਤੇ ਡਿਪੈਂਡ ਕਰਦਾ ਹੈ। ਨਾਓ ਬੈਕ ਟੂ ਦ ਪੁਆਇੰਟ। ਇਨਫਲੇਸ਼ਨ ਕਰਕੇ ਲੋਕਾਂ ਦਾ ਵਿਸ਼ਵਾਸ ਟੁੱਟਿਆ ਡੈਮੋਕ੍ਰੇਸੀ ਦੇ ਵਿੱਚ। ਲੋਕਾਂ ਦੇ ਵਿੱਚ ਜਿਹੜੀ ਇਹ ਡਿਵੀਜ਼ਨ ਕੀਤੀ ਜਾ ਰਹੀ ਹੈ, ਵੰਡ ਪਾਈ ਜਾ ਰਹੀ ਹੈ, ਤੋੜਿਆ ਜਾ ਰਿਹਾ ਸੋਸ਼ਲ ਫੈਬਰਿਕ ਨੂੰ, ਇੱਕ ਦੂਜੇ ਦੇ ਪ੍ਰਤੀ ਨਫ਼ਰਤ ਪੈਦਾ ਕੀਤੀ ਜਾ ਰਹੀ ਹੈ, ਰੇਸਿਜ਼ਮ, ਇਹ ਸਭ ਗੱਲਾਂ ਵੀ ਹੋ ਰਹੀਆਂ, ਤੇ ਇਸ ਕਰਕੇ ਵੀ ਡੈਮੋਕ੍ਰੇਸੀ ਦੇ ਵਿੱਚ ਵਿਸ਼ਵਾਸ ਟੁੱਟਦਾ ਹੈ। ਵਾਰਸ ਹੋ ਰਹੀਆਂ ਨੇ ਥਾਂ ਥਾਂ ਦੇ ਉੱਤੇ।
ਜੀਓਪੋਲਿਟੀਕਲ ਪਾਵਰ ਸ਼ਿਫਟਿੰਗ ਹੁੰਦੀ ਆ। ਨੇਤਾ ਲੋਕ ਆਪਣੀ ਪਾਵਰ ਵਧਾਉਣ ਵਾਸਤੇ ਜਾਂ ਪਾਵਰ ਨੂੰ ਜੱਫਾ ਪਾ ਕੇ ਰੱਖਣ ਵਾਸਤੇ ਥਾਂ ਥਾਂ ਦੇ ਉੱਤੇ ਜਿਹੜੀ ਗੜਬੜ ਪੈਦਾ ਕਰ ਦਿੰਦੇ ਨੇ। ਵਾਰਸ ਦੇ ਰੂਪ ਦੇ ਵਿੱਚ ਵੀ, ਹੋਰ ਵੀ ਸਿਵਲ ਵਾਰਸ ਦੇ ਰੂਪ ਦੇ ਵਿੱਚ ਵੀ, ਜਿੱਦਾਂ ਸੁਡਾਨ ਦੇ ਵਿੱਚ ਅਸੀਂ ਦੇਖਦੇ ਪਏ ਸਿਵਲ ਵਾਰ। ਹਿਸਟਰੀ ਵਿੱਚ ਇਹ ਸਭ ਗੱਲਾਂ ਹੁੰਦੀਆਂ ਰਹੀਆਂ ਨੇ। ਹਿਸਟਰੀ ਰਿਪੀਟ ਕਰਦੀ ਹੈ ਕਿਉਂਕਿ ਇਨਸਾਨ ਉਹੀ ਹੈ, ਇਨਸਾਨ ਨਹੀਂ ਬਦਲਿਆ, ਉਹਦੀ ਸਾਈਕੀ ਨਹੀਂ ਬਦਲੀ। ਪਾਵਰ ਹੰਗਰੀ, ਪਾਵਰ ਐਂਡ ਪ੍ਰੋਫਿਟ ਦੀ ਗੇਮ ਦੇ ਵਿੱਚ ਸਭ ਕੁਝ ਜਾਇਜ਼ ਹੈ। ਇਸ ਗੇਮ ਦੇ ਵਿੱਚ ਇਸ ਸੋਚ ਦੇ ਨਾਲ ਜਦੋਂ ਚੱਲਦਾ ਹੈ ਤਾਂ ਫਿਰ ਲੋਕਾਂ ਦਾ ਵਿਸ਼ਵਾਸ ਡੈਮੋਕ੍ਰੇਸੀ ਦੇ ਵਿੱਚ ਟੁੱਟਦਾ ਹੈ। ਔਰ ਲੋਕਾਂ ਨੇ ਆਪਣੇ ਆਪ ਨੂੰ ਇਲੈਕਸ਼ਨਸ ਤੋਂ ਅਲੱਗ ਕਰ ਲਿਆ, ਡੈਮੋਕ੍ਰੇਸੀ ਤੋਂ ਅਲੱਗ ਕਰ ਲਿਆ, ਨੈਸ਼ਨਲ ਪੋਲਿਟਿਕਸ ਤੋਂ ਅਲੱਗ ਕਰ ਲਿਆ। ਕਿਉਂ ਬਈ ਸਾਡੀ ਤਾਂ ਕੋਈ ਸੁਣਦਾ ਨਹੀਂ, ਅਸੀਂ ਕੀ ਕਰੀਏ। ਪਰ ਹੁਣ ਵਿਸ਼ਵਾਸ ਫਿਰ ਤੋਂ ਜਾਗ ਗਿਆ। ਹੁਣ ਫਿਰ ਇਲੈਕਸ਼ਨਸ ਦੇ ਵੱਲ ਲੋਕ ਜਾ ਰਹੇ ਨੇ, ਵੋਟਿੰਗ ਵੱਲ ਲੋਕ ਜਾ ਰਹੇ ਨੇ, ਡੈਮੋਕ੍ਰੇਸੀ ਵੱਲ ਲੋਕ ਜਾ ਰਹੇ ਨੇ, ਦੇਸ਼ ਦੀ ਰਾਜਨੀਤੀ ਵੱਲ ਲੋਕ ਜਾ ਰਹੇ ਨੇ। ਔਰ ਸਭ ਇੰਟਰਸਟਿਡ ਹੋ ਰਹੇ ਨੇ ਕਿ ਅਮਰੀਕਾ ਨੂੰ ਗ੍ਰੇਟ ਬਣਾਈਏ, ਵੋਟਾਂ ਪਾਈਏ ਜਾਂ ਔਰ ਜਿਹੜੇ ਨਹੀਂ ਵੀ ਪਾਉਂਦੇ ਉਹ ਵੀ ਅਨਡਿਸਾਈਡਡ ਵੋਟਰਸ ਵੀ ਡਿਸਾਈਡ ਕਰਦੇ ਪਏ ਨੇ। ਕਾਰਨ ਇੱਕੋ ਹੀ ਬੰਦਾ, ਕਮਲਾ ਹੈਰਿਸ। ਪੈਟਰੀਓਟਿਜ਼ਮ ਦੇਖਦੇ ਹੋ ਤੁਸੀਂ ਉਹਨਾਂ ਦੇ ਵਿੱਚ, ਦੇਸ਼ ਭਗਤੀ ਦੇਖਦੇ ਹੋ। ਦੇਖੋ ਨੈਗੇਟਿਵ ਪੁਆਇੰਟਸ, ਪੋਜ਼ਿਟਿਵ ਪੁਆਇੰਟਸ ਹਰੇਕ 'ਚ ਹੁੰਦੇ ਨੇ। ਉਹ ਕਮਲਾ ਹੈਰਿਸ ਵਿੱਚ ਵੀ ਨੇ, ਉਹ ਡੋਨਲਡ ਟਰੰਪ ਦੇ ਵਿੱਚ ਵੀ ਨੇ, ਉਹ ਤੁਹਾਡੇ ਵਿੱਚ ਵੀ ਨੇ, ਉਹ ਮੇਰੇ ਵਿੱਚ ਵੀ ਨੇ, ਸਭ ਦੇ ਵਿੱਚ ਨੇ। ਨੈਗੇਟਿਵ ਪੋਜ਼ਿਟਿਵ ਸਭ ਦੇ ਵਿੱਚ। ਪਰ ਇਹਨਾਂ ਨੈਗੇਟਿਵ ਪੋਜ਼ਿਟਿਵ ਨੂੰ ਬੈਲੈਂਸ ਕੌਣ ਕਰਨਾ ਜਾਣਦਾ ਹੈ, ਸਹੀ ਤਰੀਕੇ ਨਾਲ ਇਸਤੇਮਾਲ ਕੌਣ ਕਰਨਾ ਜਾਣਦਾ ਹੈ, ਦੈਟ ਇਜ਼ ਦ ਰੀਅਲ ਪਰਸਨ। ਉਹ ਪਰਸਨੈਲਿਟੀ ਆ ਜੋ ਆਪਣੀਆਂ ਕਮਜ਼ੋਰੀਆਂ ਨੂੰ ਵੀ ਆਪਣੀਆਂ ਖੂਬੀਆਂ ਬਣਾਉਣ ਦੀ ਕਲਾ ਜਾਣਦਾ ਹੈ, ਉਹ ਇੱਕ ਸਹੀ ਇਨਸਾਨ ਹੁੰਦਾ ਹੈ। ਸੋ ਇਹ ਗੱਲਾਂ ਹੁਣ ਤੁਸੀਂ ਚੂਜ਼ ਕਰਨੀਆਂ ਨੇ। ਔਰ ਇੱਥੇ ਆ ਕੇ ਕਮਲਾ ਹੈਰਿਸ ਦਾ ਪਲੜਾ ਭਾਰੀ ਹੋ ਜਾਂਦਾ ਕਿਉਂਕਿ ਉਹਨਾਂ ਦੀ ਇੱਕ ਐਸੀ ਪਰਸਨੈਲਿਟੀ ਨਿਖਰ ਕੇ ਆਉਂਦੀ ਆ ਕਿ ਉਹਨਾਂ ਦੇ ਵਿੱਚ ਉਹ ਗੁਣ ਦੇਖਣ ਨੂੰ ਮਿਲਦੇ ਨੇ ਜੋ ਪ੍ਰੈਜ਼ੀਡੈਂਟ ਆਫ ਅਮਰੀਕਾ ਦੇ ਵਿੱਚ ਹੋਣੇ ਚਾਹੀਦੇ ਨੇ। ਇਹ ਐਕਸਪਰਟਸ ਦੀ ਰਾਏ ਆ। ਨਾਓ ਹੁਣ ਇਹ ਸਾਰੀਆਂ ਗੱਲਾਂ, ਇਹ ਸਾਰੀਆਂ ਬਾਤਾਂ ਜਦੋਂ ਆਪਾਂ ਸਾਹਮਣੇ ਰੱਖਦੇ ਹਾਂ ਤਾਂ ਅਮਰੀਕਾ ਦੀ ਜਿਹੜੀ ਡੈਮੋਕ੍ਰੇਸੀ ਹੈ ਉਸ ਦੀ ਹੈਲਥ ਕਿੱਦਾਂ ਦੀ ਆ, ਉਹਦੇ ਵੱਲ ਸਾਰਾ ਕੁਐਸਚਨ ਜਾਂਦਾ ਹੈ। ਕਿਉਂਕਿ ਹੁਣ ਮੇਨ ਚੀਜ਼ ਇਹੀ ਹੋਣੀ ਆ ਕਿ ਡੈਮੋਕ੍ਰੇਸੀ ਦੀ ਹੈਲਥ ਕੀ ਹੈ ਅਮਰੀਕਾ ਦੇ ਅੰਦਰ। ਜਿੱਥੇ ਇਲੈਕਸ਼ਨਸ ਦਾ ਰਿਜ਼ਲਟ ਆਉਣਾ ਹੈ ਨਵੰਬਰ 5 ਨੂੰ, ਉੱਥੇ ਇਹ ਵੀ ਰਿਜ਼ਲਟ ਆਉਣਾ ਹੈ ਕਿ ਡੈਮੋਕ੍ਰੇਸੀ ਦੀ ਸਿਹਤ ਦਾ ਕੀ ਹਾਲ ਹੈ ਅਮਰੀਕਾ ਦੀ ਧਰਤੀ ਦੇ ਉੱਤੇ, ਜਿੱਥੋਂ ਪੂਰੀ ਦੁਨੀਆ ਨੂੰ ਡੈਮੋਕ੍ਰੇਸੀ ਦਾ ਸੰਦੇਸ਼ ਜਾਂਦਾ ਹੈ। 250 ਸਾਲ ਪੁਰਾਣੀ ਡੈਮੋਕ੍ਰੇਸੀ, ਉਹਦੀ ਸਿਹਤ ਕਿਦਾ ਕੀ ਹਾਲ ਹੈ, ਇਹ ਵੀ ਇਸ ਇਲੈਕਸ਼ਨਸ ਦੇ ਨਤੀਜੇ ਦੇ ਨਾਲ ਘੋਸ਼ਿਤ ਹੋਏਗਾ। ਔਰ ਪੂਰੀ ਦੁਨੀਆ ਇਸ ਨੂੰ ਹੀ ਦੇਖਦੀ ਪਈ ਆ। ਇਸ ਨੂੰ ਹੀ ਕਹਿੰਦੇ ਨੇ ਪਾਵਰ ਸ਼ਿਫਟ। ਕਿੱਧਰ ਜਾਂਦੀ ਹੈ ਜੀਓਪੋਲਿਟਿਕਸ ਦੀ ਪਾਵਰ, ਜੀਓ ਇਕਨੋਮਿਕਸ ਕੀ ਗੇਮ ਖੇਡਦੀ ਆ, ਮਾਰਕੀਟ ਕੀ ਕਹਿੰਦੀ ਆ। ਕਿਉਂਕਿ ਮਾਰਕੀਟ ਦਾ ਆਧਾਰ ਤੇ ਇੱਕ ਸਟੇਬਲ ਪੋਲੀਟੀਕਲ ਸਿਸਟਮ ਹੈ ਨਾ, ਇੱਕ ਸਟੇਬਲ ਡੈਮੋਕ੍ਰੇਸੀ ਆ। ਜਿੰਨੀ ਸਿਹਤ ਵਧੀਆ ਡੈਮੋਕ੍ਰੇਸੀ ਦੀ ਹੋਏਗੀ, ਉਨੀ ਵਧੀਆ ਮਾਰਕੀਟ ਖੇਡੇਗੀ, ਉਨੀ ਵਧੀਆ ਇਕੋਨਮੀ ਹੋਏਗੀ। ਪਰ ਜੇ ਆਧਾਰ ਹੀ ਗੜਬੜ ਵਾਲਾ ਹੈ, ਜੇ ਨੀਂਹ ਗੜਬੜ ਵਾਲੀ ਹੈ, ਤੇ ਫਿਰ ਇਮਾਰਤ ਕਿਹਦੇ ਉੱਤੇ ਖੜੀ ਕਰਨੀ ਹੈ। ਇਸ ਕਰਕੇ ਡੈਮੋਕ੍ਰੇਸੀ ਸਾਡੀ ਫਾਊਂਡੇਸ਼ਨ ਆ, ਉਸ ਦਾ ਮਜ਼ਬੂਤ ਹੋਣਾ ਜ਼ਰੂਰੀ ਹੈ। ਦੈਟ ਇਜ਼ ਦਾ ਮੇਨ ਥਿੰਗ। ਔਰ ਇਹ ਇਲੈਕਸ਼ਨਸ ਤਾਂ ਹਿਸਟੋਰੀਕਲੀ ਇੰਪੋਰਟੈਂਟ ਹੋ ਜਾਂਦੇ ਨੇ ਕਿਉਂਕਿ ਇੱਥੇ ਡੈਮੋਕ੍ਰੇਸੀ ਨੂੰ ਇੱਕ ਨਵੀਂ ਪਰਿਭਾਸ਼ਾ ਦੇਣੀ, ਇੱਕ ਨਵੀਂ ਡੈਫੀਨੇਸ਼ਨ ਦੇਣੀ ਹੈ। ਡੈਮੋਕ੍ਰੇਸੀ ਦਾ ਸਫ਼ਰ ਲਗਾਤਾਰ ਚੱਲ ਰਿਹਾ, ਅਸੀਂ ਉਹਨੂੰ ਕਿਸ ਦਿਸ਼ਾ ਵੱਲ ਲੈ ਕੇ ਜਾਣਾ ਇਹ ਸਾਡੇ ਉੱਤੇ ਡਿਪੈਂਡ ਕਰਦਾ। ਇਸ ਕਰਕੇ ਡੈਮੋਕ੍ਰੇਸੀ ਦਾ ਇੱਕ ਨਵਾਂ ਰੂਪ ਨਿਖਰ ਕੇ ਸਾਹਮਣੇ ਆਉਣਾ ਹੈ 2024 ਦੀਆਂ ਇਲੈਕਸ਼ਨਸ ਦੇ ਵਿੱਚ ਨਵੰਬਰ 5 ਨੂੰ। ਉਸ ਦੇ ਉੱਤੇ ਖਾਸ ਧਿਆਨ ਹੋਣਾ ਚਾਹੀਦਾ ਹੈ ਸਾਰੇ ਅਮਰੀਕਨਸ ਦਾ। ਨਾਓ ਅੱਗੇ ਵਧਦੇ ਹਾਂ। ਵਾਰਸ ਚਲਦੀਆਂ ਪਈਆਂ ਨੇ, ਇਜ਼ਰਾਈਲ, ਹਮਾਸ, ਹਿਜ਼ਬੁੱਲਾ, ਈਰਾਨ ਵੀ ਆ ਗਿਆ। ਹੁਣ ਈਰਾਨ ਤੇ ਇਜ਼ਰਾਈਲ ਦੀ ਵਾਰ ਹੋ ਰਹੀ ਹੈ, ਅਟੈਕ ਮਾਰੇ ਜਾ ਰਹੇ ਨੇ। ਅਰੇ ਨਿਊਕਲੀਅਰ ਵਾਰ ਵੱਲ ਗੱਲ ਨਹੀਂ ਗਈ, ਸਿੰਪਲ ਅਟੈਕਸ ਨੇ, ਠੀਕ ਹੈ। ਔਰ ਬਾਈਡਨ ਕਹਿੰਦੇ ਨੇ ਬਈ ਰੋਕੋ, ਬਹੁਤ ਹੋ ਗਿਆ। ਪਰ ਉਹਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ। ਤਰ੍ਹਾਂ ਤਰ੍ਹਾਂ ਦੇ ਫਾਰਮੂਲਾ ਵਰਕਆਊਟ ਹੋ ਰਹੇ ਨੇ ਸੀਜ਼ ਫਾਇਰ ਵਾਸਤੇ, ਗੱਲ ਨਹੀਂ ਸੁਣੀ ਜਾ ਰਹੀ। ਲੋਕਾਂ ਦਾ ਬੁਰਾ ਹਾਲ। ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ ਦੁਹਾਈ ਪਾਈ ਹੋਈ ਆ ਉਹਨੇ ਵੀ, ਭਈ ਬਸ ਕਰੋ, ਲੋਕਾਂ ਦਾ ਕੀ ਹਾਲ ਕਰਨਾ ਤੁਸੀਂ। ਲੋਕਾਂ ਨੇ ਆਪਸ 'ਚ ਲੜ ਕੇ ਸਿੰਘ ਫਸਾ ਕੇ ਬੈਠੇ ਰਹਿੰਦੇ ਹੋ ਚੌਥੇ ਦਿਨ। ਔਰ ਰਸ਼ੀਆ ਦਾ ਵੀ ਉਹੀ ਹਾਲ ਹੈ। ਉੱਥੇ ਵੀ ਬਾਈਡਨ ਕਹਿੰਦੇ ਨੇ ਵੀ ਹੁਣ ਦੇਖੋ ਨਵੰਬਰ 5 ਤੋਂ ਬਾਅਦ ਹੀ ਗੱਲ ਕਰਾਂਗੇ, ਫਿਲਹਾਲ ਤੁਹਾਨੂੰ ਸਪੋਰਟ ਦੇ ਦਿੰਦੇ ਹਾਂ ਯੂਕਰੇਨ ਵਾਲਿਓ, ਪਰ ਸੰਭਾਲੋ। ਸੀਜ਼ ਫਾਇਰ ਤੋਂ ਇਲਾਵਾ ਹੋਰ ਕੋਈ ਗਤੀ ਨਹੀਂ, ਸੀਜ਼ ਫਾਇਰ ਤੋਂ ਇਲਾਵਾ ਹੋਰ ਕੋਈ ਹੱਲ ਨਹੀਂ। ਆਫਟਰ ਆਲ ਸ਼ਾਂਤੀ ਤਾਂ ਕਾਇਮ ਕਰਨੀ ਹੈ ਨਾ, ਸ਼ਾਂਤ ਹੋ ਕੇ ਹੀ ਬੰਦਾ ਕੁਝ ਕਰ ਸਕਦਾ। ਤੁਹਾਨੂੰ ਕਿੰਨਾ ਮਰਜ਼ੀ ਗੁੱਸਾ ਆਵੇ, ਭਾਵੇਂ ਭਾਂਡੇ ਭੰਨ ਦਿਓ,
ਉਸ ਤੋਂ ਬਾਅਦ ਸ਼ਾਂਤ ਹੋ ਕੇ ਬੈਠੋਗੇ, ਸ਼ਾਂਤ ਹੋ ਕੇ ਹੀ ਰੋਟੀ ਖਾਓਗੇ ਤਾਂ ਹੀ ਗੁਜ਼ਾਰਾ ਹੈ। ਨਹੀਂ ਤਾਂ ਘਰ ਵਾਲੇ ਕੱਢ ਕੇ ਬਾਹਰ ਮਾਰਨਗੇ, ਚੱਲ ਭੱਜ ਜਾ, ਸਾਡੇ ਘਰ 'ਚ ਖਲਬਲੀ ਮਚਾਈ ਹੋਈ ਹੈ, ਤੂੰ ਘਰ ਦੇ ਵਿੱਚ ਯੁੱਧ ਖੜਾ ਕੀਤਾ ਹੋਇਆ, ਬਾਹਰ ਤਾਂ ਕਿਹੜੇ ਯੁੱਧ ਹੋਣੇ ਨੇ, 3rd ਵਰਲਡ ਵਾਰ ਆਪਣੇ ਘਰ 'ਚ ਆਪਣੇ ਟੱਬਰ 'ਚ ਖੜੀ ਕਰਕੇ ਬਹਿ ਗਿਆ, ਚੱਲ ਭੱਜ ਜਾ। ਸ਼ਾਂਤ ਹੋ ਕੇ ਬੈਠੋਗੇ, ਪਾਣੀ ਪੂਣੀ ਪੀਓਗੇ, ਠੰਡਾ ਠੰਡਾ ਪੀਓਗੇ, ਸ਼ਾਂਤ ਹੋ ਕੇ ਰੋਟੀ ਖਾਓਗੇ, ਸਭ ਨਾਲ ਪਿਆਰ ਨਾਲ ਗੱਲ ਕਰੋਗੇ ਤਾਂ ਹੀ ਜ਼ਿੰਦਗੀ ਚੱਲੂਗੀ ਨਾ। ਇਹ ਡਾਂਗਾ ਸੋਟੇ ਨਾਲ ਤਾਂ ਜ਼ਿੰਦਗੀ ਚੱਲਣੀ ਨਹੀਂ। ਇਸ ਕਰਕੇ ਸੀਜ਼ਫਾਇਰ ਤੇ ਇੱਥੇ ਵੀ ਹੋਣੀ ਹੈ। ਤਾਂ ਫਿਰ ਜਿੰਨੀ ਜਲਦੀ ਹੋ ਸਕੇ ਚੰਗਾ ਕੰਮ ਕਰ ਲੈਣਾ ਚਾਹੀਦਾ। ਕਹਿੰਦੇ ਨੇ ਨੇਕ ਕੰਮ ਨੂੰ ਦੇਰ ਨਹੀਂ ਕਰਨੀ ਚਾਹੀਦੀ, ਸ਼ੁਭ ਕੰਮ ਫੌਰਨ ਕਰ ਲਓ। ਸੋ ਇੱਥੇ ਵੀ ਇਹੀ ਆ ਕਿ ਸੀਜ਼ਫਾਇਰ ਹੋਣੀ ਹੈ। ਹੁਣ ਦੇਖੋ ਕਿੱਦਾਂ ਵਰਕਆਊਟ ਹੁੰਦਾ ਸਾਰਾ, ਕਿ ਲੜ ਲਓ, ਮਰ ਲਓ, ਉਸ ਤੋਂ ਬਾਅਦ ਲੜਨ ਮਰਨ ਤੋਂ ਬਾਅਦ ਫਿਰ ਸ਼ਾਂਤੀ ਨਾਲ ਤੇ ਬਹਿਣਾ ਹੀ ਪਏਗਾ, ਸ਼ਾਂਤੀ ਤਾਂ ਸਥਾਪਿਤ ਹੋਣੀ ਪਏਗੀ। ਦੋਵੇਂ ਧਿਰਾਂ ਦੇ ਵਿੱਚ ਜੇ ਲੜਨ ਮਰਨ ਦੀ ਤਾਕਤ ਹੀ ਨਾ ਰਹਿ ਗਈ, ਦੋਵੇਂ ਹੀ ਖਾਲੀ ਹੋ ਕੇ ਬਹਿ ਗਏ, ਤੇ ਫਿਰ ਹੁਣ ਕੀ ਕਰਨਾ ਦੱਸੋ? ਫਿਰ ਵੀ ਸ਼ਾਂਤ ਹੋ ਕੇ ਬੈਠੋਗੇ, ਫਿਰ ਹੋਰ ਮੁਸ਼ਕਿਲ ਹੋ ਜਾਣੀ, ਕਿਉਂਕਿ ਅੱਗੇ ਸਰਵਾਈਵ ਕਰਨ ਵਾਸਤੇ ਜਿਹੜੀ ਤਾਕਤ ਚਾਹੀਦੀ ਹੈ ਉਹ ਤੇ ਸਾਰੀ ਲੜਨ ਮਰਨ ਦੇ ਵਿੱਚ ਲਾ ਦਿੱਤੀ। ਤੇ ਹੁਣ ਸਰਵਾਈਵ ਕਿਹੜੀ ਤਾਕਤ ਦੇ ਉੱਤੇ ਕਰਨਾ ਹੈ, ਕਿਹੜੇ ਸਿਰ ਦੇ ਉੱਤੇ ਸਰਵਾਈਵ ਕਰਨਾ ਹੈ? ਦੈਟ ਇਜ਼ ਦਾ ਪੁਆਇੰਟ। ਸੋ ਇਹ ਸਭ ਗੱਲਾਂ ਸੋਚਣੀਆਂ ਪੈਣੀਆਂ ਨੇ। ਜਿਹੜੇ ਸਿਆਣੇ, ਬਹੁਤੇ ਸਿਆਣੇ ਵੱਡੇ ਵੱਡੇ ਲੀਡਰਸ ਨੇ, ਜਿਹੜੇ ਆਏ ਦਿਨ ਜੰਗਾਂ ਛੇੜ ਕੇ ਬੈਠੇ ਰਹਿੰਦੇ ਨੇ, ਉਹਨਾਂ ਨੂੰ ਸੋਚਣਾ ਚਾਹੀਦਾ। ਇਹ ਜਿਹੜੀਆਂ ਲੌਬੀਆਂ ਬਣਦੀਆਂ ਪਈਆਂ ਨੇ ਜੀ, ਇੱਧਰੋਂ ਈਰਾਨ ਆ ਗਿਆ ਜੀ, ਉੱਧਰੋਂ ਰਸ਼ੀਆ ਜੀ, ਇੱਧਰੋਂ ਚਾਈਨਾ ਜੀ, ਇੱਧਰੋਂ ਨਾਰਥ ਕੋਰੀਆ ਜੀ, ਇੱਧਰ ਨਾਟੋ ਖੜੀ ਹੈ ਜੀ, ਇੱਧਰ ਯੂਨਾਈਟਿਡ ਸਟੇਟਸ ਅਮਰੀਕਾ ਦੇ ਐਲਾਈਜ਼ ਖੜੇ ਨੇ, ਉਹਨਾਂ ਦੇ ਭਾਈਵਾਲ ਖੜੇ ਨੇ। ਮਤਲਬ ਇਹ ਕੀ ਚੱਲਦਾ ਪਿਆ? ਇਨਸਾਨੀਅਤ ਦਾ ਕੀ ਹਾਲ ਹੁੰਦਾ ਪਿਆ? ਇਹ ਲੜਾਈਆਂ ਝਗੜਿਆਂ 'ਚੋਂ ਕੀ ਮਿਲਣਾ? 1st ਵਰਲਡ ਵਾਰ ਹੋਈ, 2nd ਵਰਲਡ ਵਾਰ ਹੋਈ, ਅਨੇਕਾਂ ਵਾਰਸ ਹੋਈਆਂ, ਕਿਸੇ ਦਾ ਕੀ ਫਾਇਦਾ ਹੋਇਆ? ਨੁਕਸਾਨ ਹੀ ਹੋਇਆ। ਔਰ ਆਮ ਜਨਤਾ ਦਾ ਜੋ ਨੁਕਸਾਨ ਹੁੰਦਾ ਅਸੀਂ ਸਾਰੇ ਜਾਣਦੇ ਹਾਂ। ਨਾਓ ਬੈਕ ਟੂ ਦ ਪੁਆਇੰਟ। ਸਭ ਤੋਂ ਜ਼ਿਆਦਾ ਧਿਆਨ ਹੈ ਕਿ ਡੋਨਲਡ ਟਰੰਪ ਕੀ ਕਰ ਰਹੇ ਨੇ। ਡੋਨਲਡ ਟਰੰਪ ਪ੍ਰੈਜ਼ੀਡੈਂਟ ਆਫ ਅਮਰੀਕਾ ਬਣਨ ਦੇ ਵਾਸਤੇ ਯੁੱਧ ਕਰਦੇ ਪਏ ਨੇ, ਤੇ ਨਾਲ ਚੁੱਪ ਚਪੀਤੇ ਜਿਹੜੇ ਉਹਨਾਂ ਦੇ ਖਿਲਾਫ ਕੇਸਿਸ ਚੱਲਦੇ ਪਏ ਨੇ ਕੋਰਟ ਦੇ ਵਿੱਚ, ਉਹ ਕਾਨੂੰਨੀ ਲੜਾਈ ਦੀ ਵੀ ਤਿਆਰੀ ਹੁੰਦੀ ਪਈ ਆ। ਕਾਨੂੰਨ ਕਿਉਂਕਿ ਆਪਣਾ ਜੱਫਾ ਪਾ ਕੇ ਬੈਠਾ ਹੋਇਆ। 4 ਤੋਂ ਵੱਧ ਕੇਸ ਨੇ ਜਿਹੜੇ ਚੱਲਦੇ ਪਏ ਨੇ, ਔਰ ਨਵੰਬਰ 5 ਤੋਂ ਬਾਅਦ ਉਹਨਾਂ ਦੇ ਨਤੀਜੇ ਆਉਣੇ ਸ਼ੁਰੂ ਹੋਣੇ ਨੇ। ਹੁਣ ਸਵਾਲ ਇੱਕ ਬਣਿਆ ਹੋਇਆ, ਡੋਨਲਡ ਟਰੰਪ ਜੇਲ੍ਹ ਜਾਣਗੇ ਜਾਂ ਜੇਲ੍ਹ ਜਾਣ ਤੋਂ ਬਚ ਜਾਣਗੇ। ਦੂਸਰਾ ਸਵਾਲ ਇਹ ਬਣਿਆ ਹੋਇਆ ਕਿ ਡੋਨਲਡ ਟਰੰਪ ਪ੍ਰੈਜ਼ੀਡੈਂਟ ਆਫ ਅਮਰੀਕਾ ਇਸ ਕਰਕੇ ਬਣਨਾ ਚਾਹੁੰਦੇ ਨੇ ਤਾਂ ਕਿ ਉਹ ਇਹਨਾਂ ਕੇਸਾਂ ਤੋਂ ਬਚ ਸਕਣ, ਜੇਲ੍ਹ ਜਾਣ ਤੋਂ ਬਚ ਸਕਣ, ਕਿਉਂਕਿ ਉਹ ਪ੍ਰਭਾਵ ਪਾ ਕੇ ਇਹਨਾਂ ਕੇਸਾਂ ਦੇ ਨਤੀਜੇ ਬਦਲ ਸਕਦੇ ਨੇ ਪ੍ਰੈਜ਼ੀਡੈਂਟ ਆਫ ਅਮਰੀਕਾ ਬਣਨ ਤੋਂ ਬਾਅਦ, ਕਿਉਂਕਿ ਉਹਨਾਂ ਕੋਲ ਪਾਵਰਸ ਆ ਜਾਣਗੀਆਂ, ਲੀਗਲ ਪਾਵਰਸ ਆ ਜਾਣਗੀਆਂ। ਔਰ ਡੋਨਲਡ ਟਰੰਪ ਆਪਣੀਆਂ ਗੱਲਾਂ ਬਾਤਾਂ 'ਚ ਗੱਲ ਕਰ ਵੀ ਚੁੱਕੇ ਨੇ ਕਿ ਜਿਹੜੇ ਵਕੀਲ ਨੇ ਉਹਨਾਂ ਦੇ ਉੱਤੇ ਦੋਸ਼ ਲਾਏ ਨੇ, ਉਹਨੂੰ ਮੈਂ ਡਿਸਮਿਸ ਕਰ ਦੇਣਾ ਔਨ ਸਾਰੀ, ਮੈਨੂੰ ਬਣਨ ਦਿਓ ਪ੍ਰੈਜ਼ੀਡੈਂਟ ਆਫ ਅਮਰੀਕਾ, ਡਿਸਮਿਸ। ਔਰ ਨਾਲੇ ਵੀ ਕਹਿੰਦੇ ਨੇ ਉਹਦੇ ਦਿਮਾਗ 'ਚ ਗੜਬੜ ਹੈ, ਉਹਨੂੰ ਵੀ ਉਹਨਾਂ ਪ੍ਰਵਾਸੀਆਂ ਸਮੇਤ ਦੇਸ਼ ਨਿਕਾਲਾ ਕਰ ਦਿਓ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦੀ ਧਰਤੀ ਦੇ ਉੱਤੇ ਰਹਿੰਦੇ ਪਏ ਨੇ। ਯਾਨੀ ਕਿ ਉਹ ਸਰਕਾਰੀ ਵਕੀਲ ਸਾਹਿਬ ਉਹਨਾਂ ਪ੍ਰਵਾਸੀਆਂ ਦੇ ਨਾਲ ਦੇਸ਼ ਨਿਕਾਲੇ ਵਾਸਤੇ ਤਿਆਰ ਹੋ ਜਾਣ ਜੇ ਡੋਨਲਡ ਟਰੰਪ 2nd ਟਾਈਮ ਬਣ ਜਾਂਦੇ ਨੇ ਪ੍ਰੈਜ਼ੀਡੈਂਟ ਆਫ ਅਮਰੀਕਾ। ਹੁਣ ਇਹਦੇ ਵਿੱਚ ਇੱਕ ਪੁਆਇੰਟ ਹੋਰ ਵੀ ਆ ਕਿ ਜੇ ਮੰਨ ਲਓ ਇਹ ਪ੍ਰੈਜ਼ੀਡੈਂਟ ਆਫ ਅਮਰੀਕਾ ਨਹੀਂ ਬਣਦੇ, ਕਮਲਾ ਹੈਰਿਸ ਜਿੱਤ ਜਾਂਦੇ ਨੇ, ਡੋਨਲਡ ਟਰੰਪ ਹਾਰ ਜਾਂਦੇ ਨੇ, ਤਾਂ ਫਿਰ ਉਸ ਕੇਸ ਦੇ ਵਿੱਚ ਇਹਨਾਂ ਨੂੰ ਸਜ਼ਾ ਹੋਣ ਲੱਗਦੀ ਹੈ ਤਾਂ ਇਹਨਾਂ ਦੇ ਵਕੀਲ ਇਹ ਦਲੀਲ ਦੇਣਗੇ ਕਿ 78 ਸਾਲ ਦੇ ਇਹ ਹੋ ਗਏ ਨੇ ਔਰ ਇਹਨਾਂ ਦਾ ਕੋਈ ਪਿਛੋਕੜ ਇੱਦਾਂ ਦੇ ਗੁਨਾਹਾਂ ਦਾ ਨਹੀਂ ਰਿਹਾ। ਇਹ ਗੁਨਾਹ ਜਿਹੜੇ ਨੇ ਉਹਨਾਂ ਨੂੰ ਦੇਖਦੇ ਹੋਏ, ਇਹਨਾਂ ਦੀ ਅਵਸਥਾ ਦੇਖਦੇ ਹੋਏ, ਔਰ ਇਹ ਸਾਬਕਾ ਪ੍ਰੈਜ਼ੀਡੈਂਟ ਆਫ ਅਮਰੀਕਾ ਨੇ, ਇਹ तमाम ਗੱਲਾਂ ਦੇਖਦੇ ਹੋਏ ਫੈਸਲਾ ਇਹ ਨਹੀਂ ਹੋਣਾ ਚਾਹੀਦਾ ਕਿ ਇਹ ਜੇਲ੍ਹ ਜਾਣ, ਕੋਈ ਹੋਰ ਫੈਸਲਾ ਹੋਣਾ ਚਾਹੀਦਾ। ਇਹ ਵੀ ਦਲੀਲ ਦਿੱਤੀ ਜਾ ਰਹੀ ਹੈ। ਸੋ ਇਹ तमाम ਤਰ੍ਹਾਂ ਦੀਆਂ ਦਲੀਲਾਂ ਦੇ ਵਿੱਚ ਹੁਣ ਸਵਾਲ ਇਹ ਬਣਿਆ ਹੋਇਆ ਹੈ ਕਿ ਡੋਨਲਡ ਟਰੰਪ ਜੇਲ੍ਹ ਜਾਣਗੇ ਕਿ ਨਹੀਂ ਜਾਣਗੇ। ਜੇ ਡੋਨਲਡ ਟਰੰਪ ਜੇਲ੍ਹ ਜਾਂਦੇ ਨੇ ਉਹਦਾ ਅਸਰ ਕੀ ਹੋਏਗਾ ਅਮਰੀਕਾ ਦੀ ਰਾਜਨੀਤੀ ਦੇ ਉੱਤੇ, ਤੇ ਜੇ ਜੇਲ੍ਹ ਨਹੀਂ ਜਾਂਦੇ ਤਾਂ ਉਹਦਾ ਅਸਰ ਕੀ ਹੋਏਗਾ ਅਮਰੀਕਾ ਦੀ ਰਾਜਨੀਤੀ ਦੇ ਉੱਤੇ। ਜੇ ਡੋਨਲਡ ਟਰੰਪ ਹਾਰ ਜਾਂਦੇ ਨੇ ਉਹਦਾ ਕੀ ਅਸਰ ਹੋਏਗਾ ਅਮਰੀਕਾ ਦੀ ਰਾਜਨੀਤੀ ਦੇ ਉੱਤੇ, ਤੇ ਜੇ ਡੋਨਲਡ ਟਰੰਪ ਜਿੱਤ ਕੇ 2nd ਟਾਈਮ ਬਣ ਜਾਂਦੇ ਨੇ ਪ੍ਰੈਜ਼ੀਡੈਂਟ ਆਫ ਅਮਰੀਕਾ ਤਾਂ ਫਿਰ ਉਹਦਾ ਕੀ ਅਸਰ ਹੋਏਗਾ ਅਮਰੀਕਾ ਦੀ ਰਾਜਨੀਤੀ ਦੇ ਉੱਤੇ। ਸੋ ਹੁਣ ਇਹ 2 ਕੁਐਸਚਨ ਨੇ ਜਿਹਦੇ ਉੱਤੇ ਸਾਰੇ ਅਮਰੀਕਨਸ ਨੇ ਸੋਚਣਾ ਹੈ ਕਿ ਫਰਸਟ ਲੇਡੀ ਚਾਹੀਦੀ ਹੈ, ਫਸਟ ਟਾਈਮ ਇੱਕ ਲੇਡੀ ਬਣੇ ਪ੍ਰੈਜ਼ੀਡੈਂਟ ਆਫ ਅਮਰੀਕਾ, ਉਹ ਫਸਟ ਲੇਡੀ ਕਮਲਾ ਹੈਰਿਸ ਚਾਹੀਦੀ ਹੈ। ਫਸਟ ਟਾਈਮ ਅਮਰੀਕਾ ਦੀ ਹਿਸਟਰੀ ਦੇ ਵਿੱਚ ਇੱਕ ਹਿਸਟਰੀ ਕ੍ਰੀਏਟ ਕਰਨੀ ਹੈ ਕਮਲਾ ਹੈਰਿਸ ਨੂੰ ਪ੍ਰੈਜ਼ੀਡੈਂਟ ਬਣਾ ਕੇ, ਜਾਂ ਫਿਰ ਡੋਨਲਡ ਟਰੰਪ ਦੀ 2nd ਟਰਮ ਚਾਹੀਦੀ ਹੈ, 2nd ਟਾਈਮ ਉਹ ਪ੍ਰੈਜ਼ੀਡੈਂਟ ਆਫ
ਅਮਰੀਕਾ ਬਣਨ। ਸੋ ਇੱਕ ਇਹ ਹਿਸਟਰੀ ਹੈ। ਔਰ ਜੋ ਵੀ ਕੈਂਡੀਡੇਟ ਬਣੇਗਾ ਪ੍ਰੈਜ਼ੀਡੈਂਟ ਆਫ ਅਮਰੀਕਾ, ਉਹ ਹਿਸਟਰੀ ਕ੍ਰੀਏਟ ਜ਼ਰੂਰ ਕਰੇਗਾ। ਦੈਟ ਇਜ਼ ਫੋਰ ਸ਼ੋਰ, ਇਹ ਐਕਸਪਰਟਸ ਮੰਨਦੇ ਨੇ। ਕਮਲਾ ਹੈਰਿਸ ਹਿਸਟਰੀ ਕ੍ਰੀਏਟ ਕਰਨਗੇ ਕਿ ਫਰਸਟ ਲੇਡੀ ਬਣ ਗਏ ਨੇ ਪ੍ਰੈਜ਼ੀਡੈਂਟ ਆਫ ਅਮਰੀਕਾ। ਬੜੀ ਖੁਸ਼ੀ ਦੀ ਗੱਲ ਹੈ। ਵੂਮਨ ਐਮਪਾਵਰਮੈਂਟ, ਨਾਰੀ ਸਸ਼ਕਤੀਕਰਨ, ਇਸ ਤੋਂ ਵੱਡੀ ਐਗਜ਼ਾਮਪਲ ਕੀ ਬਣੇਗੀ। ਔਰ ਇਹਦੇ ਉੱਤੇ ਵੀ ਕੁਐਸਚਨ ਹੁੰਦੇ ਨੇ ਕਿ ਇਸ ਤੋਂ ਪਹਿਲਾਂ ਕੋਈ ਲੇਡੀ ਕਿਉਂ ਨਹੀਂ ਬਣੀ। ਕਿਆ ਅਮਰੀਕਾ ਦੀ ਸੋਸਾਇਟੀ ਮੇਲ ਡੋਮੀਨੇਟਡ ਸੋਸਾਇਟੀ ਹੈ, ਗੱਲਾਂ ਵੱਡੀਆਂ ਵੱਡੀਆਂ ਤੇ ਔਰਤਾਂ ਨੂੰ ਪਿੱਛੇ ਰੱਖਿਆ ਜਾਂਦਾ। ਇਸ ਗੱਲ ਦਾ ਆਨਸਰ ਮਿਲ ਜਾਣਾ। ਡੈਮੋਕ੍ਰੇਸੀ ਕੀ ਕਹਿੰਦੀ ਹੈ ਅਮਰੀਕਾ ਦੀ ਔਰਤਾਂ ਬਾਰੇ, ਇਹ ਐਕਸਪਰਟਸ ਮੰਨਦੇ ਨੇ। ਤੇ ਹਿਸਟਰੀ ਕ੍ਰੀਏਟ ਹੋ ਗਈ ਨਾ ਜੀ, ਉਹ ਪ੍ਰੈਜ਼ੀਡੈਂਟ ਆਫ ਅਮਰੀਕਾ ਬਣ ਜਾਂਦੇ ਨੇ ਕਮਲਾ ਹੈਰਿਸ। ਤੇ ਜੇ ਡੋਨਲਡ ਟਰੰਪ ਬਣਦੇ ਨੇ ਪ੍ਰੈਜ਼ੀਡੈਂਟ ਆਫ ਅਮਰੀਕਾ, ਤਾਂ ਉਹ ਫਿਰ ਕੀ ਸਿਸਟਮ ਲੈ ਕੇ ਆਉਣਗੇ, ਕਿਹੜੀ ਓਵਰਹੋਲਿੰਗ ਕਰਨੀ ਹੈ, ਕਿਹੜਾ ਨਵਾਂ ਸਿਸਟਮ ਲੈ ਕੇ ਆਉਣਾ ਹੈ। ਪ੍ਰੋਜੈਕਟ 2025 ਦੀ ਗੱਲ ਹੁੰਦੀ ਰਹਿੰਦੀ ਹੈ, ਉਹ ਕੀ ਪ੍ਰੋਜੈਕਟ ਹੈ, ਅਮਰੀਕਾ ਦਾ ਰੂਪ ਕੀ ਬਣੇਗਾ, ਅਮਰੀਕਾ ਨੂੰ ਕਿੱਧਰ ਲੈ ਕੇ ਜਾਣਗੇ। ਡੈਮੋਕ੍ਰੇਸੀ ਤੋਂ ਡਿਕਟੇਟਰਸ਼ਿਪ ਦੀ ਗੱਲ ਵੀ ਹੁੰਦੀ ਹੈ, ਫਾਸਿਜ਼ਮ ਦੀ ਗੱਲ ਵੀ ਹੁੰਦੀ ਹੈ, ਅਥੋਰਿਟੇਰੀਅਨ ਦੀ ਵੀ ਗੱਲ ਹੁੰਦੀ ਹੈ ਕਿ ਆਪਣੇ ਆਪ ਨੂੰ ਹੀ ਬਸ ਸਮਝਦੇ ਨੇ, ਕਿਸੇ ਨੂੰ ਕੁਝ ਨਹੀਂ ਸਮਝਦੇ। ਕੌਨਸਟੀਟਿਊਸ਼ਨ ਆਫ ਅਮਰੀਕਾ ਨੂੰ ਇੱਕ ਪਾਸੇ ਕਰ ਦਿੰਦੇ ਨੇ, ਆਪਣੀ ਪੋਲੀਟੀਕਲ ਪਲੇ ਬੁੱਕ ਨੂੰ ਲੈ ਕੇ ਆ ਜਾਂਦੇ ਨੇ, ਕਹਿੰਦੇ ਨੇ ਸਭ ਕੁਝ ਮੇਰੇ ਮੁਤਾਬਿਕ ਹੋਣਾ ਚਾਹੀਦਾ। ਫਿਰ ਉਹ ਜੇ ਇੱਦਾਂ ਦਾ ਸਿਸਟਮ ਲੈ ਕੇ ਆਉਂਦੇ ਨੇ ਤਾਂ ਉਹ ਵੀ ਇੱਕ ਹਿਸਟਰੀ ਕ੍ਰੀਏਟ ਹੋਏਗੀ। ਤਾਂ ਦੋਨੇ ਤਰ੍ਹਾਂ ਹਿਸਟਰੀ ਕ੍ਰੀਏਟ ਕਰਨ ਦੇ ਉੱਤੇ ਬੈਠੀਆਂ ਹੋਈਆਂ ਨੇ। ਹੁਣ ਇਹ ਅਮਰੀਕਨਸ ਨੇ ਡਿਸਾਈਡ ਕਰਨਾ ਹੈ ਕਿ ਉਹਨਾਂ ਨੇ ਕਿਹੜੀ ਹਿਸਟਰੀ ਕ੍ਰੀਏਟ ਕਰਵਾਉਣੀ ਹੈ, ਕਮਲਾ ਹੈਰਿਸ ਵਾਲੀ ਕਰਵਾਉਣੀ ਹੈ ਜਾਂ ਫਿਰ ਡੋਨਲਡ ਟਰੰਪ ਵਾਲੀ ਕਰਵਾਉਣੀ ਹੈ। ਗੇਮ ਅਮਰੀਕਨਸ ਦੇ ਹੱਥ ਦੇ ਵਿੱਚ ਹੈ, ਕਿਉਂਕਿ ਵੋਟ ਕਰਨ ਦੀ ਪਾਵਰ ਅਮਰੀਕਨਸ ਦੇ ਹੱਥ ਦੇ ਵਿੱਚ ਹੈ। ਇਹੋ ਡੈਮੋਕ੍ਰੇਸੀ ਆ, ਕਿਉਂਕਿ ਡੈਮੋਕ੍ਰੇਸੀ ਦੇ ਵਿੱਚ ਸਾਰੀ ਪਾਵਰ ਲੋਕਾਂ ਦੇ ਹੱਥ ਦੇ ਵਿੱਚ ਹੁੰਦੀ ਹੈ, ਤਾਂ ਹੀ ਇਹਨੂੰ ਲੋਕਤੰਤਰ ਕਹਿੰਦੇ ਨੇ। ਤੁਸੀਂ ਆਪਣੇ ਕੀ ਵਿਚਾਰ ਰੱਖਦੇ ਹੋ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ, ਜ਼ਰੂਰ ਸਾਨੂੰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਇੰਡੀਆ ਇੰਟਰਨੈਸ਼ਨਲ, ਮੈਂ ਹਾਂ ਸੰਜੀਵ ਯਸ਼ ਖੰਨਾ। ਸਤਿ ਸ਼੍ਰੀ ਅਕਾਲ।